Hello, dear aspirants. I welcome you all in this beautiful platform of Burma Academy. So, as you all know, अपने इस platform ਦੇ ਤੁਹਾਡੇ ਲਈ free of cost material ਹੈ ਜਿਹੜਾ ਉਹ provide ਕਰਵਾਇਆ ਜਾ ਰਿਹਾ ਹੈ so that ਤੁਸੀਂ ਜੇ ਅਸੀਂ exam ਦੀ preparation ਕਰ ਰਹੇ ਹੋ ਉਹਦੇ ਵਿੱਚ ਅਸੀਂ ਤੁਹਾਡੀ help ਕਰ ਸਕੀਏ ਜਿਹੜਾ material ਹੈ ਤੁਹਾਨੂੰ ਜੋ ਵੀ provide ਕਰਵਾਇਆ ਜਾ ਰਿਹਾ ਹੈ ਨੇ same ਹੀ ਤੁਸੀਂ ਜਿਹੜਾ ਹੈਗਾ ਆਪਣੇ ਕਿਸੇ ਵੀ paid press ਦੇ ਨਾਲ compare ਕਰਕੇ ਦੇਖ ਸਕਦੇ ਹੋ ਤੁਹਾਨੂੰ A1 level ਦਾ ਜਿਹੜਾ ਹੈਗਾ content provide ਕਰਵਾਇਆ ਜਾ ਰਿਹਾ ਹੈ so that ਜੋ ਵੀ student ਆਪਣੇ ਕੋਲ ਵੈਲੀ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਕੋਈ ਵੀ ਬੈਸਟ ਪਰਚੇਸ ਨਹੀਂ ਕਰ ਸਕਦਾ ਉਹ ਹੈਲਪ ਹੈ ਜਿਹੜੀ ਹੋ ਸਕੇ ਆਪਣੀ ਤਿਆਰੀ ਹੈ ਜਿਹੜੀ ਉਹ ਵਧੀਆ ਕਰ ਸਕੇ ਤੇ ਆਪਣੀ ਡ੍ਰੀਮ ਜੋਬ ਹੈ ਅਟੇਨ ਕਰ ਸਕੇ ਹਾਂਜੀ ਤਾਂ ਆਪਾਂ ਜਿਹੜਾ ਹੈਗਾ ਜਿਹੜਾ ਇੱਕ ਵੋਕੈਬ ਸੀਰੀਜ਼ ਸੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ 26 ਕਲਾਸਿਸ ਕਰ ਚੁੱਕੇ ਹਾਂ ਅੱਜ ਦੀ ਤੁਹਾਡੀ ਜਿਹੜੀ ਕਲਾਸ ਹੋਏਗੀ 27 ਨੰਬਰ ਕਲਾਸ ਹੋਏਗੀ ਅਗੇਨ ਇੰਗਲਿਸ਼ ਵੋਕੈਬ ਦੇ ਨਵੇਂ ਵਰਡਸ ਆਪਾਂ ਸਿੱਖਾਂਗੇ ਵਨ ਵਰਡ ਸਬਸਟੀਟਿਊਸ਼ਨ ਕਰਾਂਗੇ ਇਡੀਅਮ ਫਰੇਜ਼ਸ ਕਰਾਂਗੇ ਸੈਨੋਨਮ ਐਂਟੀਨਮ ਆਪਣਾ ਕੋਲੇ ਆ ਜਾਏਗਾ ਅੱਗੇ ਆਪਾਂ ਸਪੈਲਿੰਗ ਐਰਰਸ ਜਾਂ ਮਿਸਡ ਪੈਟ ਹੈ ਜਿਹੜੀ ਡਿਸਕਸ ਕਰਾਂਗੇ ਤੇ ਲਾਸਟ ਜਿਹੜਾ ਆਪਾਂ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਅੱਜ ਦੇਖਾਂਗੇ ਹਾਂਜੀ ਤੇ ਕਲਾਸ ਦਾ ਜਿਹੜਾ ਸ਼ਡਿਊਲ ਹੈ ਤੁਹਾਡਾ ਸੇਮ ਹੀ ਰਹੇਗਾ ਜਿਵੇਂ ਆਪਾਂ ਪਿਛਲੇ ਕਲਾਸਿਸ ਦੇ ਵਿੱਚ ਲੈ ਕੇ ਚੱਲੇ ਆ ਤੇ ਜਿਹੜਾ ਹੈਗਾ ਜੋ ਵੀ ਸਟੂਡੈਂਟ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਿੱਤਾ ਜਾਵੇ ਜੋ ਵੀ ਸਟੂਡੈਂਟ ਚੈਨਲ ਦੇ ਤੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਬਿਕਾਜ਼ ਤੁਹਾਨੂੰ ਹਰ ਇੱਕ ਟੌਪਿਕ ਦਾ ਹਰ ਇੱਕ ਸਬਜੈਕਟ ਦਾ ਜਿਹੜਾ ਸਿਲੇਬਸ ਹੈ ਇੱਥੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਇਆ ਜਾਏਗਾ ਤੇ ਤੁਸੀਂ ਇਹ ਜਿਹੜੀ ਆਪਣੀ ਤਿਆਰੀ ਹੈ ਜਿਹੜੀ ਇੱਥੋਂ ਵਧੀਆ ਕਰ ਸਕਦੇ ਹੋ ਸੈਕੰਡ ਜੋ ਵੀ ਸਟੂਡੈਂਟ ਚੈਨਲ ਦੇ ਨਿਊ ਨੇ ਆਪਣੇ ਕੋਲ ਜਿਹੜਾ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਚੈਨਲ ਦਾ ਟੈਲੀਗ੍ਰਾਮ ਗਰੁੱਪ ਹੈ ਜਿੱਥੇ ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਫਿਰ ਚਾਹੇ ਉਹ ਤੁਹਾਡੀ ਕਿਸੇ YouTube ਸੈਸ਼ਨ ਨਾਲ ਰਿਗਾਰਡਿੰਗ ਹੋਵੇ ਜਾਂ ਫਿਰ ਕਿਸੇ ਐਗਜ਼ਾਮ ਦੇ ਨਾਲ ਰਿਲੇਟਡ ਹੋਵੇ ਤੇ ਜਿਹੜਾ ਹੈਗਾ ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਸੈਕਿੰਡ ਆਪਣੇ ਕੋਲ YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਫਿਰ ਚਾਹੇ ਉਹ ਤੁਹਾਡਾ ਇੰਗਲਿਸ਼ ਦਾ ਸੈਸ਼ਨ ਹੈ ਜਾਂ ਫਿਰ ਕਿਸੇ ਹੋਰ ਪਰਟੀਕੁਲਰ ਸਬਜੈਕਟ ਨਾਲ ਰਿਲੇਟਡ ਸੈਸ਼ਨ ਹੈ ਉਹਦਾ ਜਿਹੜਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਪੀਪੀਟੀ ਫਾਰਮ ਦੇ ਵਿੱਚ ਜਿਹੜਾ ਕਲਾਸ ਨੋਟਸ ਆ ਪ੍ਰੋਵਾਈਡ ਕਰਵਾਏ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਜਿਹੜੀ ਹੈਲਪ ਲੈ ਸਕਦੇ ਹੋ ਜੇ ਤੁਸੀਂ ਨੋਟਸ ਨਹੀਂ ਬਣਾ ਪਾ ਰਹੇ ਤਾਂ ਤੁਸੀਂ ਜਿਹੜਾ ਆਪਣਾ ਉੱਥੋਂ ਜਿਹੜੇ ਹੈਗੇ ਨੋਟਸ ਰਿਵਾਈਜ਼ ਕਰ ਸਕਦੇ ਹੋ ਥਰਡ ਮੋਸਟ ਇੰਪੋਰਟੈਂਟ ਜਿਹੜੀ ਥਿੰਗ ਹੈ ਤੁਹਾਡੇ ਕੋਲ ਟੈਲੀਗ੍ਰਾਮ ਗਰੁੱਪ ਦਾ ਸਭ ਤੋਂ ਵੱਡਾ ਬੈਨੀਫਿਟ ਤੁਹਾਨੂੰ ਤੁਸੀਂ ਕਿਉਂ ਜੁਆਇਨ ਕਰਨਾ ਹੈ ਤਾਂ ਤੁਹਾਡੇ ਕੋਲ ਜਿਹੜੇ ਕੋਰਸ ਤੇ ਕੁਇਜ਼ ਹੁੰਦੇ ਆ ਬਿਕਾਜ਼ ਜਦੋਂ ਵੀ ਤੁਸੀਂ ਪ੍ਰੈਪਰੇਸ਼ਨ ਕਰਦੇ ਹੋ ਤਾਂ ਤੁਹਾਡੇ ਕੋਲ ਸਭ ਤੋਂ ਵੱਡੀ ਚੀਜ਼ ਆ ਜਾਂਦੀ ਹੈ ਕਿ ਪ੍ਰੀਵੀਅਸ ਈਅਰ ਕੁਐਸਚਨ ਕਿੱਥੋਂ ਗਈ ਹੈ ਨਾ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਜਿਹੜੇ ਪੋਸਟ ਤੇ ਕੁਇਜ਼ ਆ ਜਿਹੜੇ ਤਿਆਰ ਕੀਤੇ ਜਾਂਦੇ ਆ ਟੈਲੀਗ੍ਰਾਮ ਗਰੁੱਪ ਤੇ ਤੁਹਾਨੂੰ ਸ਼ੇਅਰ ਕੀਤੇ ਜਾਂਦੇ ਆ ਤੁਸੀਂ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣੀ ਜਿਹੜੀ ਤਿਆਰੀ ਹੈ ਉਹ ਵਧੀਆ ਕਰ ਸਕਦੇ ਹੋ ਆਪਣੀ ਜਿਹੜਾ ਤਿਆਰੀ ਦਾ ਲੈਵਲ ਚੈੱਕ ਕਰ ਸਕਦੇ ਹੋ ਹਾਂਜੀ ਤਾਂ ਹੁਣ ਆਪਾਂ ਸਟਾਰਟ ਕਰਨੀ ਆ ਆਪਣੀ ਇੰਗਲਿਸ਼ ਵੋਕੈਬ ਦੀ ਕਲਾਸ ਤਾਂ ਤੁਹਾਨੂੰ ਜਿੰਨੀ ਵੀ ਇਨਫੋਰਮੇਸ਼ਨ ਅਸੀਂ ਦੇਣੀ ਸੀ ਟੈਲੀਗ੍ਰਾਮ ਗਰੁੱਪ ਦੇ ਨਾਲ ਰਿਲੇਟਡ ਅਗਰ ਜੋ ਵੀ ਸਟੂਡੈਂਟ ਚੈਨਲ ਦੇ ਨਿਊ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਪਲੱਸ ਜੇ ਕਲਾਸਿਸ ਵਧੀਆ ਲੱਗਦੀਆਂ ਨੇ ਕੰਟੈਂਟ ਪਸੰਦ ਆਉਂਦਾ ਤਾਂ ਤੁਸੀਂ ਜਿਹੜਾ ਕਲਾਸ ਨੂੰ ਲਾਈਕ ਵੀ ਕਰ ਦੇਣਾ ਹਾਂਜੀ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਅੱਜ ਫਿਰ ਨਵੇਂ ਵਰਡ ਦੇਖਾਂਗੇ ਨਿਮੋਨਿਕਸ ਦੇ ਨਾਲ ਕੋਸ਼ਿਸ਼ ਕਰਾਂਗੇ ਸਿੱਖਣ ਦੀ ਟ੍ਰਿਕਸ ਦੇ ਨਾਲ ਜਿਹੜਾ ਆਪਾਂ ਟਰਾਈ ਕਰਾਂਗੇ ਹਾਂਜੀ ਤਾਂ ਸਭ ਤੋਂ ਪਹਿਲਾ ਟੌਪਿਕ ਆ ਜਾਏਗਾ ਤੁਹਾਡਾ ਵਨ ਵਰਡ ਸਬਸਟੀਟਿਊਸ਼ਨ ਜਿਹਨੂੰ ਆਪਾਂ OWS ਕਹਿ ਦਿੰਦੇ ਹਾਂ ਵਨ ਵਰਡ ਸਬਸਟੀਟਿਊਸ਼ਨ ਕਹਿ ਲਓ ਚਾਹੇ OWS ਕਹਿ ਲਓ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦੀ ਜਿਹੜਾ ਆਪਾਂ ਇਹਨੂੰ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਹਾਂਜੀ ਤਾਂ ਫਰਸਟ ਫਰੇਜ਼ ਜਿਹੜੀ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੀ ਹੈ ਫਰਸਟ ਫਰੇਜ਼ ਹੈ ਜੀ ਟੂ ਐਗਰੀ ਟੂ ਅ ਰਿਕੁਐਸਟ ਐਨ ਆਈਡੀਆ ਔਰ ਸੁਜੈਸ਼ਨ ਤਾਂ ਬੇਸਿਕਲੀ ਕਿਸੇ ਨੂੰ ਸਹਿਮਤੀ ਦੇਣਾ ਆਪਾਂ ਕਹਿ ਸਕਦੇ ਹਾਂ ਤਾਂ ਹੁਣ ਕਿਸੇ ਚੀਜ਼ ਦੀ ਸਹਿਮਤੀ ਦਿੱਤੀ ਜਾ ਰਹੀ ਹੈ ਕਿਸੇ ਦੀ ਰਿਕੁਐਸਟ ਮੰਨੀ ਜਾ ਰਹੀ ਹੈ ਜਾਂ ਫਿਰ ਉਹਦਾ ਆਈਡੀਆ ਜਾਂ ਸੁਜੈਸ਼ਨ ਨੂੰ ਕਹਿ ਲਓ ਅੱਗੇ ਫਾਰਵਰਡ ਕੀਤਾ ਜਾ ਰਿਹਾ ਸਮਝਿਆ ਜਾ ਰਿਹਾ ਮੰਨਿਆ ਜਾ ਰਿਹਾ ਤਾਂ ਉੱਥੇ ਤੁਸੀਂ ਜਿਹੜਾ ਵਰਡ ਚੂਜ਼ ਕਰੋਗੇ ਜੋ ਹੁੰਦਾ ਹੈ ਅਸੈਂਟ ਅਸੈਂਟ ਦਾ ਤੁਸੀਂ ਵਰਡ ਸੁਣਿਆ ਹੀ ਹੋਣਾ ਅਸੈਂਟ ਕਰਨਾ ਮਤਲਬ ਕਿਸੇ ਨੂੰ ਆਗਿਆ ਦੇਣੀ ਅਨੁਮਤੀ ਦੇਣਾ ਸਹਿਮਤੀ ਦੇਣਾ ਸਹਿਮਤੀ ਤੁਸੀਂ ਕਹਿ ਸਕਦੇ ਹੋ ਸੋ ਟੂ ਐਗਰੀ ਟੂ ਅ ਰਿਕੁਐਸਟ ਐਨ ਆਈਡੀਆ ਔਰ ਸੁਜੈਸ਼ਨ ਇਜ਼ ਕਾਲਡ ਅਸੈਂਟ ਤਾਂ ਅਸੈਂਟ ਵਰਡ ਹੈ ਜਿਹੜਾ ਤੁਸੀਂ ਯਾਦ ਰੱਖਣਾ ਹੈ ਨੈਕਸਟ ਹੈ ਜੀ ਆਪਣੇ ਕੋਲੇ ਫਰੇਜ਼ ਦੈਟ ਇਜ਼ ਅ ਬਿਲਡਿੰਗ ਵੇਅਰ ਐਨ ਆਡੀਅੰਸ ਸਾਈਟ ਸਿਟ ਆਏਗਾ ਹਾਂਜੀ ਤਾਂ ਬਿਲਡਿੰਗ ਵੇਅਰ ਐਨ ਆਡੀਅੰਸ ਸਿਟ ਤਾਂ ਇਹੋ ਜਿਹੀ ਬਿਲਡਿੰਗ ਜਿੱਥੇ ਕਿ ਆਡੀਅੰਸ ਬੈਠਦੀ ਹੈ ਫੋਰ ਐਗਜ਼ਾਮਪਲ ਜਿਵੇਂ ਲਾ ਲਓ ਕੋਈ ਅਖਾੜਾ ਹੋ ਰਿਹਾ ਹੈ ਨਾ ਤਾਂ ਉੱਥੇ ਸਟੂਡੈਂਟ ਇੱਕ ਬੈਠਣ ਵਾਸਤੇ ਥਾਂ ਜੀ ਬਣਾਈ ਹੁੰਦੀ ਹੈ ਇੱਕ ਪਾਸੇ ਮੈਚ ਵਗੈਰਾ ਚੱਲ ਰਿਹਾ ਇੱਕ ਪਾਸੇ ਤੁਹਾਡੇ ਕੋਲ ਜਿਹਦੇ ਬੈਠਣ ਦੀ ਥਾਂ ਜੀ ਬਣੀ ਹੁੰਦੀ ਹੈ ਪੌੜੀ ਵਗੈਰਾ ਦੀ ਇੱਕ ਦੂਜੇ ਦੇ ਉੱਪਰ ਐਵੇਂ ਕਰਕੇ ਬਣੀਆਂ ਹੁੰਦੀਆਂ ਤਾਂ ਉਹ ਵਾਲੀ ਥਾਂ ਨੂੰ ਕੀ ਕਹਿ ਸਕਦੇ ਤਾਂ ਆਡੀਟੋਰੀਅਮ ਤੁਸੀਂ ਬੋਰਡ ਸੁਣਿਆ ਹੋਏਗਾ ਆਡੀਟੋਰੀਅਮ ਯੂਜ਼ ਕੀਤਾ ਜਾਂਦਾ ਵਰਡ ਫॉर ਅ ਬਿਲਡਿੰਗ ਵੇਅਰ ਐਨ ਆਡੀਅੰਸ ਸਿਟਸ ਤਾਂ ਹੁਣ ਆਡੀਟੋਰੀਅਮ ਸਿਰਫ ਕੱਲਾ ਉਹ ਖੇਡਣ ਵਾਲਾ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਹੁੰਦੀਆਂ ਜਿੱਥੇ ਤੁਹਾਡੇ ਕੋਲ ਕੋਈ ਨਾ ਕੋਈ ਮੈਚ ਹੋ ਰਿਹਾ ਹੈ ਕੋਈ ਨਾ ਕੋਈ ਕਹਿ ਲਓ ਸਪੀਚ ਵਗੈਰਾ ਦਿੱਤੀ ਜਾ ਰਹੀ ਹੈ ਤਾਂ ਉੱਥੇ ਜਿੱਥੇ ਬੈਠਦੀ ਹੈ ਆਡੀਅנס ਉਹਨੂੰ ਕੀ ਕਿਹਾ ਜਾਂਦਾ ਜੀ ਆਡੀਟੋਰੀਅਮ ਹੈ ਜਿਹੜਾ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਪਲੇਸ ਦੇ ਲਈ ਯੂਜ਼ ਕੀਤਾ ਜਾਣ ਵਾਲਾ ਵਰਡ ਹੈ ਆਡੀਟੋਰੀਅਮ ਆਡੀਅנס ਤੋਂ ਤੁਸੀਂ ਜਾ ਸਕਦੇ ਹੋ ਏਯੂਟੀ ਔਰ ਏਯੂਟੀ ਆਈ ਤੇ ਤੁਹਾਡੇ ਕੋਲ ਵਰਡ ਯੂਜ਼ ਕੀਤਾ ਹੋਇਆ ਇੱਧਰੋਂ ਤੁਹਾਡੇ ਕੋਲ ਆਡੀਟੋਰੀਅਮ ਦੇ ਵਿੱਚ ਵੀ ਏਯੂਟੀ ਆਈ ਹੈ ਜਿਹੜਾ ਸੇਮ ਹੈ ਪਰ ਇੱਥੋਂ ਵੀ ਤੁਸੀਂ ਜਿਹੜਾ ਇਹਨੂੰ ਟ੍ਰਿਕ ਦੇ ਨਾਲ ਯਾਦ ਕਰ ਸਕਦੇ ਹੋ ਨੈਕਸਟ ਹੈ ਜੀ ਆਪਣੇ ਕੋਲ ਫਰੇਜ਼ ਥਰਡ ਨੰਬਰ ਫਰੇਜ਼ ਤੁਸੀਂ ਧਿਆਨ ਦੇ ਨਾਲ ਦੇਖਣੀ ਹੈ ਐਨ ਐਕਸ਼ਨ ਆਫ ਮੇਕਿੰਗ ਅਮੈਂਡਸ ਫॉर ਐਨ ਇੰਜਰੀ ਤਾਂ ਹੁਣ ਕੀ ਹੁੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਅਮੈਂਡਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਮੈਂਡਮੈਂਟ ਕੀ ਹੁੰਦੀ ਹੈ ਸੁਧਾਰ ਕੀ ਹੁੰਦਾ ਜੀ ਸੁਧਾਰ
ਅਮੈਂਡ ਦਾ ਮਤਲਬ ਕੀ ਹੁੰਦਾ ਹੈ ਸੁਧਾਰ ਕਰਨਾ, ਕਿਸੇ ਚੀਜ਼ ਦੇ ਵਿੱਚ ਵਧੀਆ ਕੁਛ ਕਰਨਾ। ਸੋ ਐਨ ਐਕਸ਼ਨ ਆਫ ਮੇਕਿੰਗ ਅਮੈਂਡਸ ਫॉर ਐਨ ਇੰਜਰੀ, ਤਾਂ ਕਿਸੇ ਖਰਾਬ ਜੀ ਇੰਜਰੀ ਦੇ ਵਿੱਚ ਜਿਹੜਾ ਤੁਸੀਂ ਅਮੈਂਡਮੈਂਟ ਕਰ ਰਹੇ ਹੋ, ਮਤਲਬ ਸੇਮ ਚੀਜ਼ ਕੀ ਲਾ ਰਹੇ ਹੋ ਉਹਦੇ ਉੱਤੇ ਮੱਲਮ ਪੱਟੀ ਕਰ ਰਹੇ ਹੋ, ਤਾਂ ਇੱਥੇ ਤੁਸੀਂ ਇਹ ਜਿਹੜਾ ਬਣਾ ਰਹੇ ਹੋ। ਹੁਣ ਟੋਨਮੈਂਟ ਹੈ ਜਿਹੜਾ ਇਹਦਾ ਮੀਨਿੰਗ ਹੁੰਦਾ ਹੈ, ਤਾਂ ਇਹ ਕੀ ਕਰੋਗੇ ਤੁਸੀਂ ਯਾਦ ਕਰ ਲਓ ਵੀ ਟੋਨਮੈਂਟ ਕੀਤੀ ਜਾ ਰਹੀ ਹੈ। ਟੋਨਮੈਂਟ ਦਾ ਮਤਲਬ ਕੀ ਕੀਤਾ ਜਾ ਰਿਹਾ ਹੈ, ਕਿਸੇ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਜਦੋਂ ਤੁਸੀਂ ਕਿਸੇ ਨੂੰ ਕਹਿ ਲਓ ਕੋਈ ਖਰਾਬ ਜਿਹਾ ਬੋਲਦਾ, ਇਸ ਤੋਂ ਬਾਅਦ ਤੁਸੀਂ ਉਹਦੇ ਹਾੜੇ ਕਰਕੇ ਜਿਹੜਾ ਹੈਗਾ ਉਹਨੂੰ ਸਹੀ ਕਰਦੇ ਹੈਗੇ, ਉਹਦੇ ਨਾਲ ਜਿਹੜਾ ਵਧੀਆ ਬੋਲਣ ਦੀ ਕੋਸ਼ਿਸ਼ ਕਰਦੇ ਹੋ। ਸੋ ਉੱਥੇ ਤੁਸੀਂ ਕਹਿ ਲਓ, ਜਾਂ ਫਿਰ ਸਿੰਪਲ ਕਹਿ ਲਓ ਤੁਹਾਡੇ ਇੰਜਰੀ ਹੋਈ ਹੈ ਤਾਂ ਉਹਦੇ ਤੇ ਕੋਈ ਟੂਬ ਵਗੈਰਾ ਲਗਾਈ ਜਾ ਰਹੀ ਹੈ, ਟੋਨਮੈਂਟ ਹੈ ਜਿਹੜਾ ਉਹਦਾ ਕੀਤਾ ਜਾ ਰਿਹਾ। ਸੇਮ ਚੀਜ਼ ਆ ਰਹੀ ਕਿਸੇ ਚੀਜ਼ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ। ਸੋ ਅਟੋਨਮੈਂਟ ਵਰਡ ਤੁਸੀਂ ਯਾਦ ਰੱਖਣਾ, ਮੀਨਿੰਗ ਹੁੰਦਾ ਕਿਸੇ ਚੀਜ਼ ਦੇ ਵਿੱਚ ਸੁਧਾਰ ਕਰਨਾ, ਸੁਧਾਰਨਾ। ਐਨ ਐਕਸ਼ਨ ਆਫ ਮੇਕਿੰਗ ਅਮੈਂਡਸ ਫॉर ਐਨ ਇੰਜਰੀ। ਨੈਕਸਟ ਹੈ ਜੀ ਤੁਹਾਡੇ ਕੋਲ ਫਰੇਜ਼ ਦੈਟ ਇਜ਼ ਅ ਪਲੇਸ ਦੈਟ ਪ੍ਰੋਵਾਈਡਸ provides refuge a hospital where people who were mentally ill could be cared for। ਜਾਂ ਹੁਣ ਇਹੋ ਜਿਹੀ ਥਾਂ ਹੋ ਸਕਦੀ ਹੈ ਜਿੱਥੇ ਕਿ ਤੁਹਾਡੇ ਕੋਲੇ ਤੁਹਾਨੂੰ ਸ਼ੈਲਟਰ ਦਿੱਤੀ ਜਾਂਦੀ ਹੈ। ਫॉर ਐਗਜ਼ਾਮਪਲ ਜਿਵੇਂ ਕਹਿ ਲਓ ਸਰਾਂ ਕਹਿ ਲੈਂਦੇ ਆਪਾਂ, ਸਰਾਂ ਹੀ ਕਹਿੰਦੇ ਆ ਨਾ, ਜਦੋਂ ਆਪਾਂ ਕਿਸੇ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਦੇ ਉੱਤੇ ਜਾਂਦੇ ਹਾਂ ਤੇ ਉੱਥੇ ਜਿਹੜਾ ਹੈਗਾ ਤੁਹਾਨੂੰ ਰਹਿਣ ਵਾਸਤੇ ਤੁਹਾਡਾ ਪ੍ਰਬੰਧ ਕੀਤਾ ਜਾਂਦਾ, ਤਾਂ ਉਹ ਪਰਸਨ ਜਿਹੜੀ ਥਾਂ ਹੁੰਦੀ ਆ ਉਹਨੂੰ ਆਪਾਂ ਸਰਾਂ ਕਹਿ ਦਿੰਦੇ ਹਾਂ। ਰਹਿਣ ਦੇ ਵਾਸਤੇ ਆਪਾਂ ਜਿਹੜੇ ਥਾਂ ਦੇ ਉੱਤੇ ਸ਼ੈਲਟਰ ਲੈਂਦੇ ਹਾਂ। ਬੇਸਿਕਲੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਤੇ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਸਰਾਵਾਂ ਬਣੀਆਂ ਹੁੰਦੀਆਂ, ਉੱਥੇ ਆਪਾਂ ਰਹਿੰਦੇ ਹਾਂ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ, ਸਾਲਮ ਬੋਰਡ ਆ ਜਿਹੜਾ ਯੂਜ਼ ਕੀਤਾ ਜਾਂਦਾ, ਸਾਲਮ। ਤਾਂ ਇੱਥੇ ਤੁਸੀਂ ਬਣਾ ਲੈਣਾ ਸੋ ਰਿਫਿਊਜ਼ ਵਾਸਤੇ ਜਾਂ ਕਹਿ ਲਓ ਸ਼ੈਲਟਰ ਵਗੈਰਾ ਯੂਜ਼ ਕਰਨ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ, ਜਾਂ ਫਿਰ ਤੁਹਾਡੇ ਕੋਲ ਇਹੋ ਜਿਹਾ ਹਸਪੀਟਲ ਜਿੱਥੇ ਕਿ ਤੁਹਾਡੇ ਕੋਲੇ ਮੈਂਟਲੀ ਇਲ ਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਏ ਉਹਨਾਂ ਨੂੰ ਕੇਅਰ ਕੀਤਾ ਜਾਂਦਾ ਹੈ ਲੰਬੇ ਸਮੇਂ ਤੋਂ, ਤਾਂ ਤੁਸੀਂ ਇਹ ਜਿਹੜਾ ਉਹਦੇ ਵਾਸਤੇ ਵੀ ਯੂਜ਼ ਕਰੋਗੇ ਸਾਇਲੈਂਟ ਵਰਡ। ਤਾਂ ਇਹ ਹੈ ਜੀ ਤੁਹਾਡਾ ਵਰਡ ਸਾਇਲੈਂਟ। ਕਾਫੀ ਟਾਈਮ ਹੈ ਜਿਹੜਾ ਕਾਫੀ ਵਾਰ ਪੁੱਛਿਆ ਗਿਆ, ਸਪੈਲਿੰਗ ਐਰਰ ਦੇ ਵਿੱਚ ਵੀ ਆ ਜਾਂਦਾ ਹੈ, ਪਲੱਸ ਤੁਹਾਡੇ ਕੋਲ ਵਨ ਵਰਡ ਵੀ ਜਿਹੜਾ ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖਣਾ ਹੈ। ਨੈਕਸਟ ਹੈ ਜੀ ਤੁਹਾਡੇ ਕੋਲ 5 ਨੰਬਰ ਪੇਜ ਦੈਟ ਇਜ਼ ਅ ਪਰਸਨ ਹੂ ਕਿਲਸ ਸਮਬਡੀ ਸਪੈਸ਼ਲੀ ਫॉर ਪੋਲੀਟੀਕਲ ਰੀਜ਼ਨਸ। ਤਾਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਆਪਾਂ ਵਰਡ ਯੂਜ਼ ਕੀਤਾ ਸੀ ਅਸੈਟ, ਹੈ ਨਾ। ਅਸੈਟ ਉਹ ਜਿਹਾ ਪਰਸਨ ਜਿਹੜਾ ਆਪਣੇ ਕੋਲੇ ਕਿਸੇ ਦਾ ਕਤਲ ਕਰਦਾ ਹੈ। ਅੱਗੇ ਤੁਹਾਡੇ ਕੋਲ ਹੁਣ ਇੱਥੇ ਜਿਹੜਾ ਵਰਡ ਹੈਗਾ ਉਹ ਪਰਸਨ ਹੂ ਕਿਲਸ ਸਮਬਡੀ ਸਪੈਸ਼ਲੀ ਫॉर ਪੋਲੀਟੀਕਲ ਰੀਜ਼ਨ। ਤਾਂ ਹੁਣ ਕਿਸੇ ਪਰਸਨ ਦੁਆਰਾ ਕਿਲ ਕੀਤਾ ਜਾ ਰਿਹਾ ਕਿਹਨੂੰ, ਪੋਲੀਟੀਕਲ ਰੀਜ਼ਨ ਦੇ ਲਈ ਕਿਸੇ ਪਰਸਨ ਨੂੰ, ਤਾਂ ਇਹਨੂੰ ਕੀ ਕਿਹਾ ਜਾਂਦਾ ਜੀ, ਅਸੈਸੀਨੇਸ਼ਨ ਕਿਹਾ ਜਾਂਦਾ। ਪੋਲੀਟੀਕਲੀ ਫਾਰਮ ਦੇ ਵਿੱਚ ਕਿਸੇ ਦਾ ਮਰਡਰ ਕਰਨਾ, ਸੋ ਅਸੈਸੀਨੇਸ਼ਨ। ਅਸੈਲੀਐਂਟ ਹੁੰਦਾ ਹੈਗਾ ਜਿਹੜਾ ਪਰਸਨ ਕਿਲ ਕਰਦਾ, ਸੋ ਅ ਪਰਸਨ ਹੂ ਕਿਲਸ ਸਮਬਡੀ ਸਪੈਸ਼ਲੀ ਫॉर ਪੋਲੀਟੀਕਲ ਰੀਜ਼ਨ ਆ ਗਿਆ, ਉੱਥੇ ਤੁਸੀਂ ਕੀ ਕਹੋਗੇ ਉਹਨੂੰ ਅਸੈਸੀਨੇਸ਼ਨ ਵਰਡ ਆ ਜਿਹੜਾ ਯੂਜ਼ ਕਰੋਗੇ। ਅਸੈਸੀਨੇਸ਼ਨ ਮੀਨਿੰਗ ਹੋ ਗਿਆ ਪੋਲੀਟੀਕਲੀ ਫਾਰਮ ਦੇ ਵਿੱਚ ਕਿਸੇ ਦਾ ਮਰਡਰ ਕਰਨਾ। ਅੱਗੇ ਜੀ ਤੁਹਾਡੇ ਕੋਲ ਫੇਰ ਦੈਟ ਇਜ਼ ਟਵਾਈਸ ਅ ਮੰਥ, ਦੇ ਆਪਾਂ ਕਹ ਲਓ ਮਹੀਨੇ ਦੇ ਵਿੱਚ ਦੋ ਵਾਰੀ ਚੀਜ਼ ਜਿਹੜੀ ਹੁੰਦੀ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ, ਬਾਈ ਮੰਥਲੀ। ਬਾਈ ਦਾ ਮੀਨਿੰਗ ਹੁੰਦਾ ਦੋ, ਕਿਉਂਕਿ ਮੰਥਲੀ ਦਾ ਮੀਨਿੰਗ ਹੋਗਾ ਤੁਹਾਡਾ ਮਹੀਨਾ, ਤਾਂ ਮਹੀਨੇ ਦੇ ਵਿੱਚ ਦੋ ਵਾਰ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਜੀ, ਬਾਈ ਮੰਥਲੀ ਵਰਡ ਹੈ ਜਿਹੜਾ ਉਹ ਵੀ ਸਾਨੂੰ ਯੂਜ਼ ਕੀਤਾ ਜਾਂਦਾ ਹੈ। ਆਈ ਹੋਪ ਤੁਹਾਨੂੰ 6 ਫਰੇਜ਼ਸ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਉਹਨਾਂ ਦੇ ਵਨ ਵਰਡ ਕਲੀਅਰ ਹੋ ਗਏ ਹੋਣਗੇ। ਲੈਣੇ ਇੱਕ ਵਾਰ ਕੁਇਕ ਰਿਵੀਜ਼ਨ, ਦੇਨ ਆਪਾਂ ਜਿਹੜਾ ਹੈਗਾ ਆਪਣਾ ਨੈਕਸਟ ਟੌਪਿਕ ਸਟਾਰਟ ਕਰਾਂਗੇ। ਦੇਖੋ ਜੀ, ਤਾਂ ਅੱਜ ਦੀ ਕਲਾਸ ਦੇ ਵਿੱਚ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾ ਵਰਡ ਜੋ ਆਪਾਂ ਦੇਖਿਆ ਉਹ ਸੀ ਟੂ ਐਗਰੀ, ਟੂ ਰਿਕੁਐਸਟ ਐਂਡ ਆਈਡੀਆ ਔਰ ਸੁਜੈਸ਼ਨ। ਤਾਂ ਸਹਿਮਤੀ ਦੇਣਾ ਅਸੈਂਟ ਹੋ ਜਾਏਗਾ। ਨੈਕਸਟ ਵਰਡ ਜਿਹੜੀ ਫਰੇਜ਼ ਆਪਾਂ ਡਿਸਕਸ ਕੀਤੀ ਦੈਟ ਇਜ਼ ਬਿਲਟਿੰਗ ਵੇਅਰ ਐਨ ਆਡੀਅੰਸ ਸਿਟ, ਤਾਂ ਇਹੋ ਜਿਹੀ ਥਾਂ ਜਿੱਥੇ ਕਿ ਆਡੀਅੰਸ ਦੁਆਰਾ ਬੈਠਿਆ ਜਾਂਦਾ ਹੈ ਤਾਂ ਹੁੰਦੀ ਹੈ ਜੀ ਆਡੀਟੋਰੀਅਮ। ਨੈਕਸਟ ਫਰੇਜ਼ ਹੈ ਐਨ ਐਕਸ਼ਨ ਆਫ ਮੇਕਿੰਗ ਅਮੈਂਡਸ ਫॉर ਐਨ ਇੰਜਰੀ ਇਜ਼ ਕਾਲਡ ਅਟੋਨਮੈਂਟ, ਤਾਂ ਉਹੀ ਸੇਮ ਚੀਜ਼ ਟੋਨ ਲਗਾਇਆ ਜਾ ਰਿਹਾ, ਕਿਸੇ ਚੀਜ਼ ਨੂੰ ਸਹੀ ਕੀਤਾ ਜਾ ਰਿਹਾ, ਸੋ ਅਟੋਨਮੈਂਟ। ਤਾਂ ਅੱਗੇ ਅਗਰ ਤੁਹਾਡੇ ਕੋਲ 4 ਨੰਬਰ ਫਰੇਜ਼ ਦੈਟ ਇਜ਼ ਅ ਪਲੇਸ ਦੈਟ ਪ੍ਰੋਵਾਈਡਸ ਰਿਫਿਊਜ ਅ ਹਸਪੀਟਲ ਵੇਅਰ ਪੀਪਲ ਹੂ ਵਰ ਮੈਂਟਲੀ ਇਲ ਕੁਡ ਬੀ ਕੇਅਰਡ ਫॉर ਲੌਂਗ ਟਾਈਮ ਤੋਂ ਜਿਹੜਾ ਹੈ ਕਿਸੇ ਮੈਂਟਲੀ ਇਲ ਪੀਪਲ ਨੂੰ ਕੇਅਰ ਕੀਤਾ ਜਾ ਰਿਹਾ ਉਹ ਜੀ ਥਾਂ, ਜਾਂ ਫਿਰ ਜਿੱਥੇ ਕਿ ਆਪਾਂ ਕਹ ਲਓ ਸ਼ੈਲਟਰ ਲੈਣੇ ਆ ਕਿਸੇ ਰਿਫਿਊਜ ਨੂੰ, ਜਾਂ ਕਹਿ ਲਓ ਏਲੀਅਨ ਨੂੰ ਰਿਫਿਊਜ ਕਹਿ ਲਓ ਏਲੀਅਨ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਕੋਈ ਥਾਂ, ਤਾਂ ਉਹਨੂੰ ਵੀ ਤੁਸੀਂ ਕੀ ਕਹੋਗੇ ਅਸਾਈਲਮ ਵਰਡ ਹੈ ਜਿਹੜਾ ਉਹਦੀ ਥਾਂ ਤੇ ਯੂਜ਼ ਕਰੋ। ਅੱਗੇ ਜੀ 5 ਨੰਬਰ ਫਿਰ ਦੈਟ ਇਜ਼ ਅ ਪਰਸਨ ਹੂ ਕਿਲਸ ਸਮਬਡੀ ਸਪੈਸ਼ਲੀ ਫॉर ਪੋਲੀਟੀਕਲ ਰੀਜ਼ਨ। ਤਾਂ ਇਹੋ ਜਿਹਾ ਪਰਸਨ ਜਿਹੜਾ ਕਿ ਪੋਲੀਟੀਕਲ ਰੀਜ਼ਨਸ ਕਰਕੇ ਕਿਸੇ ਦੀ ਹੱਤਿਆ ਕਰਦਾ ਹੈ ਤਾਂ ਉਹ ਕੀ ਕਿਹਾ ਜਾਂਦਾ ਹੈ, ਅਸੈਸੀਨੇਸ਼ਨ ਯੂਜ਼ ਕੀਤਾ ਜਾਂਦਾ ਹੈ। ਅਸੈਲੈਂਟ ਵਰਡ ਯੂਜ਼ ਕੀਤਾ ਜਾਂਦਾ ਹੈ ਪਰਸਨ ਦੇ ਲਈ ਜਿਹੜਾ ਹੱਤਿਆਰਾ ਹੋਵੇ, ਤਾਂ ਹੁਣ ਉਹ ਹੱਤਿਆਰਾ ਪੋਲੀਟੀਕਲ ਰੀਜ਼ਨ ਵਾਸਤੇ ਤੁਸੀਂ ਨਹੀਂ ਯੂਜ਼ ਕਰੋਗੇ। ਜੇ ਪੋਲੀਟੀਕਲ ਰੀਜ਼ਨ ਤੁਹਾਡੇ ਕੋਲੇ ਮੈਂਸ਼ਨ ਹੈ ਤਾਂ ਤੁਸੀਂ ਅਸੈਸੀਨੇਸ਼ਨ ਵਰਡ ਯੂਜ਼ ਕਰੋਗੇ। ਅੱਗੇ ਜੀ ਤੁਹਾਡੇ ਕੋਲ ਫਿਰ ਦੈਟ ਇਜ਼ ਟਵਾਈਸ ਅ ਮੰਥ, ਤਾਂ ਦੋ ਵਾਰ ਹੋਣਾ ਮਹੀਨੇ ਦੇ ਵਿੱਚ, ਤਾਂ ਬਾਈ ਮੰਥਲੀ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ। ਆਈ ਹੋਪ ਵਨ ਵਰਡ ਸਬਸਟੀਟਿਊਸ਼ਨ ਕਲੀਅਰ ਨੇ। ਅਸੈਂਟ, auditorium, atonement, asylum, assassination and the last is bi-monthly। ਤਾਂ ਇਹਨਾਂ ਨੂੰ ਜਿਹੜਾ ਤੁਸੀਂ ਟਿਪਸ ਦੇ ਉੱਤੇ ਕਰ ਲੈਣਾ ਕਿਹੜੇ ਵਰਡ ਦਾ ਮੀਨਿੰਗ ਕੀ ਹੈ। ਹਾਂਜੀ, ਤਾਂ ਨੈਕਸਟ ਟੌਪਿਕ ਆਪਣੇ ਕੋਲ ਇਡੀਅਮ ਫਰੇਜ਼ਸ ਮੁਹਾਵਰੇ ਜਿਹਨੂੰ ਆਪਾਂ ਕਹਿੰਦੇ ਆ। ਸਭ ਤੋਂ ਪਹਿਲੀ ਜਿਹੜੀ ਤੁਹਾਡੇ ਕੋਲ ਫਰੇਜ਼ ਹੈ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਗਈ ਹੈ, ਟੂ ਟੇਕ ਅ ਚਿੱਲ ਪਿਲ। ਤਾਂ ਆਪਾਂ ਨਹੀਂ ਕਹਿੰਦੇ ਚਿੱਲ ਕਰੋ, ਹਨਾ, ਚਿੱਲ ਕਰੋ, ਫਨ ਕਰੋ, ਮਤਲਬ ਕੀ ਹੋਵੇ ਤੁਹਾਡੇ ਕੋਲੇ ਕੋਈ ਚੀਜ਼ ਸਿਚੁਏਸ਼ਨ ਹੈ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਵੀ ਸ਼ਾਂਤ ਰਹੇ, ਹਨਾ, ਵਧੀਆ ਮਜ਼ੇ ਮਾਰ, ਫਿਰ ਕੀ ਹੈ ਨਾ ਸਾਰਾ ਕੁਝ ਹੁੰਦਾ ਰਹਿੰਦਾ। ਸੋ ਟੂ ਟੇਕ ਅ ਚਿੱਲ ਪਿਲ ਦਾ ਮਤਲਬ ਹੋ ਗਿਆ ਤੁਹਾਡੇ ਕੋਲੇ ਟੂ ਕਾਮ ਡਾਊਨ। ਤਾਂ ਪਿਲ ਤੋਂ ਤੁਸੀਂ ਯਾਦ ਕਰ ਲਓ ਚਿੱਲ ਪਿਲ, ਆਪਾਂ ਪਿਲਸ ਨਹੀਂ ਕਹਿੰਦੇ, ਪਿਲਸ ਮਤਲਬ ਦਵਾਈਆਂ ਕਹਿ ਸਕਦੇ ਆਪਾਂ, ਗੋਲੀਆਂ ਵਗੈਰਾ ਜਿਹੜੀਆਂ ਆਪਾਂ ਖਾਣੇ ਦਵਾਈ ਵਗੈਰਾ। ਸੋ ਪਿਲ, ਚਿੱਲ ਪਿਲ ਲੈਣਾ ਮਤਲਬ ਹੋ ਗਿਆ ਕਿਸੇ ਨੂੰ ਕਾਮ ਕਰਨਾ, ਟੂ ਕਾਮ ਡਾਊਨ।
टू काम डाउन शांत होना। अगे जी तुहाडे कोल सेकंड नंबर फ्रेज दैट इज टू टेक फॉर ग्रांटेड। टू टेक फॉर ग्रांटेड दा मतलब की हुंदा है तुसीं की कर रहे हो किसी चीज नूं एक्सेप्ट कर रहे हो या फिर कह लो किसी चीज नूं मन्निया जा रहा है बिना किसी क्वेश्चन तां ये तुहाडे कोल मीनिंग आ जाएगा टू टेक फॉर ग्रांटेड मीनिंग हुंदा है टू एक्सेप्ट किसी चीज नूं स्वीकार किया जा रहा है और अज्यूम विदाउट क्वेश्चन या फिर आपां कह रहे हो मन्निया जा रहा है विदाउट आस्किंग एनी क्वेश्चन बिना किसी क्वेश्चन पूछे कि तुसीं ये जिहड़ा किसी नूं सहमति दे रहे हो एक्सेप्ट कर रहे हो कह लो स्वीकार कर रहे हो तां तुसीं जिहड़ा फ्रेज यूज करोगे टू टेक फॉर ग्रांटेड सेम ही तुसीं कह रहे हो ना ग्रांट का मतलब ਹੁੰਦਾ ਕਿਸੇ ਨੂੰ ਕੁਛ ਨਾ ਕੁਛ ਪ੍ਰੋਵਾਈਡ ਕਰਵਾਉਣਾ ਸੋ ਟੇਕ ਫॉर ਗ੍ਰਾਂਟਡ मतलब ਕਿ ਕਿਸੇ ਨੂੰ ਐਕਸੈਪਟ ਕੀਤਾ ਜਾ ਰਿਹਾ ਸਵੀਕਾਰ ਕੀਤਾ ਜਾ ਰਿਹਾ ਅੱਗੇ ਜੀ ਥਰਡ ਨੰਬਰ ਫਰੇਜ਼ ਦੈਟ ਇਜ਼ ਟੂ ਟੇਕ ਇਨਟੂ ਅਕਾਊਂਟ ਟੂ ਟੇਕ ਇਨਟੂ ਅਕਾਊਂਟ ਦਾ ਮਤਲਬ ਕੀ ਹੁੰਦਾ ਜਦੋਂ ਤੁਸੀਂ ਸਿੰਪਲ ਕਹਿ ਸਕਦੇ ਹੋ ਜਦੋਂ ਤੁਸੀਂ ਆਪਣੇ ਕਿਸੇ ਏਰੀਆ ਦੇ ਵਿੱਚ ਲੈ ਆਉਣਾ ਕੋਈ ਚੀਜ਼ ਕਹਿਤਾ ਵੀ ਹੁਣ ਟੇਕ ਇਨਟੂ ਅਕਾਊਂਟ ਦਾ ਮਤਲਬ ਹੈ ਜਦੋਂ ਹੁਣ ਤੁਸੀਂ ਦੇਖੋਗੇ ਉਸ ਚੀਜ਼ ਬਾਰੇ ਵੀ ਉਹ ਕਿਵੇਂ ਹੋਊਗੀ ਸੋ ਟੂ ਕੰਸੀਡਰ ਕਿਸੇ ਚੀਜ਼ ਦੇ ਬਾਰੇ ਸੋਚਣਾ ਸਮਝਣਾ ਸੋ ਟੂ ਕੰਸੀਡਰ ਹੈ ਜਿਹੜਾ ਤੁਸੀਂ ਇਹਦਾ ਮੀਨਿੰਗ ਦੇਖੋਗੇ ਟੂ ਟੇਕ ਇਨਟੂ ਅਕਾਊਂਟ ਮੀਨਿੰਗ ਇਜ਼ ਟੂ ਕੰਸੀਡਰ ਨੈਕਸਟ ਹੈ ਜੀ ਟੂ ਸ਼ਨ ਤਾਂ ਉਹਨੇ ਸ਼ਨ ਤੋਂ ਬਜਾਏ ਤੁਸੀਂ ਕਰ ਸਕਦੇ ਹੋ ਸ਼ਨ ਦਾ ਮੀਨਿੰਗ ਤੁਸੀਂ ਇਹ ਜਿਹੜਾ ਇਹ ਬਣਾ ਲੈਣਾ ਹੈ ਆਪਣਾ ਕੱਪੜੇ ਹੁੰਦੇ ਆ ਨਾ ਕਲੋਥਸ ਹੁੰਦੇ ਆ ਉਹਨਾਂ ਉਹ ਜਿਹੜੇ ਹੁੰਦੇ ਕਈ ਵਾਰ ਕੀ ਹੁੰਦਾ ਉਹ ਛਣੇ ਹੋਏ ਆ ਜਾਂਦੇ ਛਣੇ ਹੋਏ ਛਣ ਜਾਂਦੇ ਆ ਜਾਂ ਸਿੰਪਲ ਕਹਿ ਲਓ ਛਾਨਣਾ ਦਾ ਮਤਲਬ ਤਾਂ ਪਤਾ ਹੀ ਹੋਣਾ ਤੁਹਾਨੂੰ ਵੀ ਕਾਫੀ ਜਿਹੜਾ ਉਹਨਾਂ ਦੇ ਵਿੱਚ ਗੈਪ ਆ ਜਾਂਦਾ ਹੈ ਉਹਨਾਂ ਦੀ ਸਿਲਾਈ ਵਗੈਰਾ ਕਾਫੀ ਖਰਾਬ ਵੀ ਹੋ ਜਾਂਦੀ ਹੈ ਉੱਥੇ ਤੁਹਾਡੇ ਕੋਲ ਕਲੋਥਸ ਜਦੋਂ ਛਣੇ ਹੋਏ ਹੋ ਜਾਂਦੇ ਆ ਛਣ ਜਾਂਦੇ ਆ ਤਾਂ ਉਹਨਾਂ ਨੂੰ ਕੀ ਕਰਦੇ ਨੇ ਆਪਾਂ ਅਵੋਇਡ ਕਰਨਾ ਸਟਾਰਟ ਕਰਦੇ ਨੇ ਮਤਲਬ ਉਹਨਾਂ ਨੂੰ ਆਪਾਂ ਪਹਿਨਦੇ ਨਹੀਂ ਹੈਗੇ ਬਿਕਾਜ਼ ਉਹ ਵਧੀਆ ਨਹੀਂ ਲੱਗਦੇ ਹੈਗੇ ਆਪਾਂ ਨੂੰ ਨਾ ਜਾਂ ਸੈਕਿੰਡ ਚੀਜ਼ ਤੁਸੀਂ ਕਿਸੇ ਸ਼ਾਪ ਦੇ ਉੱਤੇ ਗਏ ਹੋ ਉੱਥੇ ਤੁਹਾਨੂੰ ਕਲੋਥਸ ਦਿਖਾਏ ਜਾ ਰਹੇ ਆ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਇੱਕ ਕਲੋਥ ਦੇਖਿਆ ਉਹ ਛਣਿਆ ਹੋਇਆ ਤੈਨੂੰ ਮਿਲ ਗਿਆ ਹਨਾ ਛਣ ਸੀਗਾ ਛਣਿਆ ਹੋਇਆ ਸੀਗਾ ਮਤਲਬ ਉਹਦੀ ਜਿਹੜੀ ਸਿਲਾਈ ਵਗੈਰਾ ਕਾਫੀ ਖਰਾਬ ਸੀਗੀ ਤੇ ਤੁਸੀਂ ਉਹਨੂੰ ਕੀ ਕਰੋਗੇ ਅਵੋਇਡ ਕਰ ਦੋਗੇ ਉਹ ਤੁਸੀਂ ਨਹੀਂ ਖਰੀਦੋਗੇ ਕੋਈ ਉਸ ਤੋਂ ਵਧੀਆ ਵਾਲਾ ਦੇਖੋਗੇ ਸੋ ਇਹਦਾ ਮੀਨਿੰਗ ਤੁਸੀਂ ਇੱਥੋਂ ਯਾਦ ਕਰ ਲੈਣਾ ਪੋਸ਼ਣ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਕਿ ਡੈਲੀਬਰੇਟਲੀ ਪੂਰੇ ਧਿਆਨ ਦੇ ਨਾਲ ਕਹ ਲਓ ਪੂਰੇ ਮਨ ਦੇ ਨਾਲ ਆ ਜਿਹੜਾ ਕਿਸੇ ਨੂੰ ਅਵੋਇਡ ਕੀਤਾ ਜਾ ਰਿਹਾ ਉੱਥੇ ਤੁਸੀਂ ਯੂਜ਼ ਕਰੋਗੇ ਟੂ ਅਵੋਇਡ ਡੈਲੀਬਰੇਟਲੀ ਐਂਡ ਸਪੈਸ਼ਲੀ ਹੈਬਿਚੁਅਲੀ ਜਾਂ ਫਿਰ ਆਪਣੇ ਕਹ ਲਓ ਆਦਤ ਹੁੰਦੀ ਹੈ ਕਿਸੇ ਚੀਜ਼ ਨੂੰ ਛੱਡਣ ਦੀ ਤਾਂ ਉੱਥੇ ਤੁਸੀਂ ਇਹਨੂੰ ਯੂਜ਼ ਕਰ ਦੋਗੇ ਸੋ ਟੂ ਅਵੋਇਡ ਡੈਲੀਬਰੇਟਲੀ ਐਂਡ ਸਪੈਸ਼ਲੀ ਹੈਬਿਚੁਅਲੀ ਤਾਂ ਇਹ ਹੈ ਜੀ ਤੁਹਾਡਾ ਮੀਨਿੰਗ ਟੂ ਸ਼ਨ ਦਾ ਧਿਆਨ ਦੇ ਨਾਲ ਯਾਦ ਕਰ ਲੈਣਾ ਆਪਾਂ ਜਿਹੜਾ ਇਹਦੀ ਟ੍ਰਿਕ ਆ ਜਿਹੜੀ ਤੁਹਾਨੂੰ ਕਰੀ ਦਿੱਤੀ ਹੈ ਕਰਾਈ ਦਿੱਤੀ ਹੈ ਅੱਗੇ ਜੀ ਤੁਹਾਡੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਟੂ ਸਾਊਂਡ ਰੈਡ ਅਲਰਟ ਟੂ ਸਾਊਂਡ ਰੈਡ ਅਲਰਟ ਹੁਣ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਰੈਡ ਅਲਰਟ ਹੋਊਗਾ ਰੈਡ ਅਲਰਟ ਦਾ ਮਤਲਬ ਹੁੰਦਾ ਕੋਈ ਨਾ ਕੋਈ ਸਾਇਰਨ ਵਗੈਰਾ ਹੁਣ ਸਾਇਰਨ ਕਾਫੀ ਸਾਰੇ ਤੁਸੀਂ ਸਾਰੇ ਸੁਣੇ ਹੀ ਹੋਣਗੇ ਸਾਇਰਨ ਵੱਜਦੇ ਰਹਿੰਦੇ ਆ ਨਾ ਤਾਂ ਸਾਇਰਨ ਕਿਵੇਂ ਹੁੰਦਾ ਬੇਸਿਕਲੀ ਦੇਖਿਆ ਜਾਵੇ ਤਾਂ ਰੈਡ ਅਲਰਟ ਦਾ ਮੀਨਿੰਗ ਹੁੰਦਾ ਕੋਈ ਚੀਜ਼ ਅਲਾਰਮ ਕੀਤਾ ਜਾ ਰਿਹਾ ਮਤਲਬ ਤੁਹਾਨੂੰ ਕਿਸੇ ਚੀਜ਼ ਤੋਂ ਜਾਗਰੂਕ ਕੀਤਾ ਜਾ ਰਿਹਾ ਚੌਕੰਨਾ ਜਿਹੜਾ ਹੈਗਾ ਤੁਹਾਨੂੰ ਕੀਤਾ ਜਾ ਰਿਹਾ ਸੋ ਟੂ ਸਾਊਂਡ ਰੈਡ ਅਲਰਟ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਟੂ ਰਾਈਜ਼ ਐਨ ਅਲਾਰਮ ਅੱਗੇ ਜੀ ਤੁਹਾਡੇ ਕੋਲੇ ਫਰੇਜ਼ ਦੈਟ ਇਜ਼ ਟੂ ਰੋਲ ਆਊਟ ਦਾ ਰੈਡ ਕਾਰਪਟ ਹੁਣ ਆਪਣੇ ਕੋਲੇ ਰੈਡ ਕਾਰਪਟ ਐ ਨੀ ਕਹਿੰਦੇ ਜਿਵੇਂ ਫੁੱਲਾਂ ਦੀ ਸੇਜ ਵਿਛਾਤੀ ਕਿਸੇ ਵਾਸਤੇ ਮਤਲਬ ਕਿ ਕਿਸੇ ਦਾ ਗ੍ਰਾਂਡ ਵੈਲਕਮ ਕੀਤਾ ਜਾ ਰਿਹਾ ਉਹ ਸੇਮ ਚੀਜ਼ ਕੋਈ ਪਰਸਨ ਆ ਰਿਹਾ ਉਹਦੇ ਪਾਸੇ ਤੁਸੀਂ ਰੈੱਡ ਕਾਰਪੇਟ ਵਿਛਾਈ ਹੋਈ ਮੀਨਸ ਉਹਦਾ ਵੈਲਕਮ ਹੈ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਕਰ ਰਹੇ ਹੋ ਸੋ ਟੂ ਰੋਲ ਆਊਟ ਦਾ ਰੈੱਡ ਕਾਰਪੇਟ ਮੀਨਿੰਗ ਹੋਏਗਾ ਤੁਹਾਡੇ ਕੋਲੇ ਟੂ ਗਿਵ ਗ੍ਰੈਂਡ ਵੈਲਕਮ ਤਾਂ ਬਹੁਤ ਭव्य ਸਵਾਗਤ ਤੁਸੀਂ ਕਹਿ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਹਦਾ ਸਵਾਗਤ ਕਰਨਾ ਅਤੇ ਤੁਸੀਂ ਯੂਜ਼ ਕਰੋਗੇ ਫਰੇਜ਼ ਟੂ ਰੋਲ ਆਊਟ ਦਾ ਰੈੱਡ ਕਾਰ ਹਾਂਜੀ ਤਾਂ ਇਹ ਸੀ ਤੁਹਾਡੀਆਂ 6 ਫਰੇਜ਼ਸ ਇਡੀਅਮ ਫਰੇਜ਼ਸ ਦੀਆਂ ਇੱਕ ਵਾਰ ਲੈਣੇ ਇਹਨਾਂ ਦੀ ਕੁਇਕ ਰਿਵੀਜ਼ਨ ਦੈਨ ਆਪਾਂ ਜਿਹੜਾ ਆਪਣਾ ਨੈਕਸਟ ਟਾਪਿਕ ਸਿਨੋਨਿਮ ਐਂਟੋਨਿਮ ਡਿਸਕਸ ਕਰਾਂਗੇ ਦੇਖੋ ਜੀ ਤਾਂ ਫਰਸਟ ਫਰੇਜ਼ ਸੀ ਤੁਹਾਡੇ ਕੋਲੇ ਇਡੀਅਮ ਫਰੇਜ਼ਸ ਦੇ ਵਿੱਚ ਟੂ ਟੇਕ ਅ ਚਿਲ ਪਿਲ ਟੇਕ ਅ ਚਿਲ ਪਿਲ ਦਾ ਮੀਨਿੰਗ ਤੁਹਾਡੇ ਕੋਲੇ ਕੀ ਹੁੰਦਾ ਹੈ ਤਾਂ ਇਹੋ ਜਿਹੀ ਚੀਜ਼ ਜਿਹੜੀ ਕਿ ਤੁਸੀਂ ਕੀ ਕਰ ਰਹੇ ਹੋ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉੱਥੇ ਤੁਸੀਂ ਇਹ ਜਿਹੜਾ ਆਪਣੀ ਫਰੇਜ਼ ਯੂਜ਼ ਕਰੋਗੇ ਟੂ ਚਿਲ ਪਿਲ ਨੈਕਸਟ ਹੈ ਜੀ ਤੁਹਾਡੇ ਕੋਲੇ ਟੂ ਟੇਕ ਫॉर ਗ੍ਰਾਂਟਡ ਟੂ ਟੇਕ ਫॉर ਗ੍ਰਾਂਟਡ ਦਾ ਮੀਨਿੰਗ ਤੁਹਾਡੇ ਕੋਲੇ ਕੀ ਹੁੰਦਾ ਹੈ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਤੁਸੀਂ ਐਕਸੈਪਟ ਕਰ ਰਹੇ ਹੋ ਅਜ਼ਿਊਮ ਕਰ ਰਹੇ ਹੋ ਜਾਂ ਫਿਰ ਸਿੰਪਲ ਕਹਿ ਸਕਦੇ ਹੋ ਤੁਸੀਂ ਵਿਦਆਊਟ ਆਸਕਿੰਗ ਐਨੀ ਕੁਐਸਚਨ ਹੈ ਜਿਹੜੀ ਉਹਨੂੰ ਮਨਜ਼ੂਰ ਕਰ ਰਹੇ ਤਾਂ ਤੁਸੀਂ ਕੀ ਕਰ ਲਓਗੇ ਇਸ ਵਾਲੀ ਫਰੇਜ਼ ਦਾ ਯੂਜ਼ ਕਰੋਗੇ ਨੈਕਸਟ ਥਰਡ ਨੰਬਰ ਫਰੇਜ਼ ਦੈਟ ਇਜ਼ ਟੂ ਟੇਕ ਇਨਟੂ ਅਕਾਊਂਟ ਮਤਲਬ ਕੀ ਹੋਗਾ ਤੁਸੀਂ ਕਿਸੇ ਚੀਜ਼ ਨੂੰ ਆਪਣੇ ਏਰੀਆ ਦੇ ਵਿੱਚ ਲੈ ਰਹੇ ਹੋ ਟੂ ਕੰਸੀਡਰ ਅੱਗੇ ਤੁਹਾਡੇ ਕੋਲ ਟਿਊਸ਼ਨ ਹੁਣ ਇਹ ਤਾਂ ਆਪਾਂ ਕਾਫੀ ਵਧੀਆ ਨਿਮੋਨਿਕ ਦੇ ਨਾਲ ਯਾਦ ਕੀਤਾ ਤਾਂ ਇਹੋ ਜਿਹੀ ਚੀਜ਼ ਜਿਹੜੀ ਨੂੰ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਕਰੋ ਤੁਹਾਨੂੰ ਜਾਣ ਬੁੱਝ ਕੇ ਜਿਹੜਾ ਅਵੋਇਡ ਕਰ ਰਹੇ ਹੋ ਟੂ ਅਵੋਇਡ ਡੈਲੀਬਰੇਟਲੀ ਔਰ ਐਂਡ ਸਪੈਸ਼ਲੀ ਹੈਬਿਚੁਅਲੀ ਅੱਗੇ ਤੁਹਾਡੇ ਕੋਲ 5 ਨੰਬਰ ਫਰੇਜ਼ ਦੈਟ ਇਜ਼ ਟੂ ਸਾਊਂਡ ਰੈਡ ਅਲਰਟ ਤੋਂ ਤੁਸੀਂ ਯਾਦ ਕਰ ਲੈਣਾ ਅਲਾਰਮ ਕਰਨ ਸੋ ਟੂ ਰਾਈਜ਼ ਐਨ ਅਲਾਰਮ ਨੈਕਸਟ ਹੈ ਜੀ ਤੁਹਾਡੇ ਕੋਲ 6 ਨੰਬਰ ਫਰੇਜ਼ ਦੈਟ ਇਜ਼ ਟੂ ਰੋਲ ਆਊਟ ਦਾ ਰੈੱਡ ਕਾਰਪਟ ਇਹਦਾ ਮਤਲਬ ਕਿ ਕਿਸੇ ਦਾ ਭव्य ਸਵਾਗਤ ਕਰਨਾ ਬਹੁਤ ਵਧੀਆ ਤਰੀਕੇ ਨਾਲ ਗ੍ਰਾਂਡ ਵੈਲਕਮ ਹੈ ਜਿਹੜਾ ਕਿਸੇ ਦਾ ਕੀਤਾ ਜਾ ਰਿਹਾ ਤਾਂ ਤੁਸੀਂ ਯੂਜ਼ ਕਰੋਗੇ ਫਰੇਜ਼ ਟੂ ਰੋਲ ਆਊਟ ਦਾ ਰੈੱਡ ਕਾਰਪਟ ਹਾਂਜੀ ਤਾਂ ਇਹ ਸੀ ਤੁਹਾਡੇ ਸਿਨੋਨਿਮ ਐਂਟੋਨਿਮ ਆਪਣਾ ਸੌਰੀ ਵਨ ਵਰਡ ਸਬਸਟੀਟਿਊਸ਼ਨ ਤੇ ਇਡੀਅਮ ਫਰੇਜ਼ਸ ਦਾ ਟੌਪਿਕ ਹੁਣ ਅਗਲਾ ਜਿਹੜਾ ਟੌਪਿਕ ਆਪਾਂ ਕਰਾਂਗੇ ਸਿਨੋਨਿਮ ਐਂਟੋਨਿਮ ਸਮਾਨਾਰਥੀ ਤੇ ਵਿਰੋਧੀ ਸ਼ਬਦ ਦੇਖੋ ਫਰਸਟ ਵਰਡ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਦੈਟ ਇਜ਼ ਬੈਕਗ੍ਰਾਉਂਡ ਬੈਕਗ੍ਰਾਉਂਡ ਦਾ ਮੀਨਿੰਗ ਹੁੰਦਾ ਹੈ ਹੁਣ ਤੁਸੀਂ ਦੇਖਿਆ ਹੋਣਾ ਕੀ ਹੁੰਦੇ ਤੁਹਾਡੇ ਕੋਲ ਖਾਨਾ ਬਦੋਸ਼ ਹੁੰਦੇ ਜਿਹਨੂੰ ਆਪਾਂ ਟੱਪਰ ਵਾਸਤੇ ਵੀ ਕਹਿ ਦਿੰਦੇ ਆ ਤਾਂ ਉਹ ਕੀ ਹੁੰਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਤੇ ਘੁੰਮਦੇ ਰਹਿੰਦੇ ਤਾਂ ਉਹਨਾਂ ਵਾਸਤੇ ਹੀ ਯੂਜ਼ ਕੀਤਾ ਜਾਂਦਾ ਤੁਹਾਡੇ ਕੋਲੇ ਵਰਡ ਬੈਕਗ੍ਰਾਉਂਡ ਵੇਗ ਤੋਂ ਬਣਾ ਲੈਣਾ ਵੇਗ ਤਾਂ ਸਾਰੇ ਜਾਣਦੇ ਹੋਣਗੇ ਹਵਾ ਵਾਸਤੇ ਆਪਾਂ ਯੂਜ਼ ਕਰਦੇ ਹਾਂ ਵੇਗ ਹੁਣ ਵੇਗ ਹਵਾ ਨੂੰ ਬਨ ਕੇ ਤਾਂ ਨਹੀਂ ਕੋਈ ਰੱਖ ਸਕਦਾ ਉਹ ਇੱਧਰ ਉੱਧਰ ਚੱਲਦੀ ਰਹਿੰਦੀ ਹੈ ਵੇਗਰੈਂਡ ਮਤਲਬ ਕਿ ਜਦੋਂ ਤੁਹਾਡੇ ਕੋਲੇ ਹਵਾ ਤੋਂ ਤੁਸੀਂ ਬਣਾ ਲਓ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਹੁੰਦੀ ਰਹਿੰਦੀ ਹੈ ਸੋ ਖਾਨਾ ਬਦੋਸ਼ ਆ ਜਾਏਗਾ ਤੇ ਮੀਨਿੰਗ ਵੀ ਡ੍ਰਿਫਟਰ ਹੋ ਗਿਆ ਤੇ ਨੋਮੈਡ ਡ੍ਰਿਫਟਰ ਐਂਡ ਨੋਮੈਡ ਹੈ ਤੁਹਾਡੇ ਸਿਨੋਨਿਮ ਨੇ
ਇਹ ਤੁਸੀਂ ਧਿਆਨ 'ਚ ਰੱਖਣੇ ਆ। ਅੱਗੇ ਤੁਹਾਡੇ ਕੋਲੇ ਵਰਡ ਜੀ ਐਂਟੀਨਮ ਦੇ ਵਿੱਚ ਐਂਟੀਨਮ ਦਾ ਮਤਲਬ ਹੋਏਗਾ ਜਿਹੜੀ ਚੀਜ਼ ਇੱਕ ਥਾਂ ਤੇ ਟਿਕੀ ਹੋਈ ਹੈ, ਬੈਠੀ ਹੋਈ ਹੈ, ਮਤਲਬ ਕਹ ਲਓ ਸਟੱਡੀ ਹੈ। ਸੋ ਤੁਸੀਂ ਕੀ ਕਰੋਗੇ, ਯੂਜ਼ ਕਰੋਗੇ ਸੈਟਲਡ। ਸੈਟਲ ਦਾ ਮਤਲਬ ਕੀ ਹੁੰਦਾ ਹੈ, ਇੱਕ ਥਾਂ ਦੇ ਉੱਤੇ ਟਿਕੀ ਹੋਈ ਹੈ। ਸਟੱਡੀ ਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ, ਸਟੈਟਿਕ ਹੈ, ਮਤਲਬ ਅਗੇਨ ਇੱਕ ਥਾਂ ਦੇ ਉੱਤੇ ਰੁਕੀ ਹੋਈ ਹੈ। ਅੱਗੇ ਤੁਹਾਡੇ ਕੋਲੇ ਸੈਕੰਡ ਵਰਡ ਦੈਟ ਇਜ਼ ਟਿਮਿਡ। ਹਾਂਜੀ, ਤਾਂ ਟਿਮਿਡ ਦਾ ਮੀਨਿੰਗ ਹੁੰਦਾ ਹੈ ਇਹੋ ਜਿਹਾ ਪਰਸਨ ਜਿਹੜਾ ਕਿ ਡਰਪੋਕ ਹੋਵੇ, ਕਾਵਰਡ ਹੋਵੇ, ਤਾਂ ਬਹੁਤ ਜ਼ਿਆਦਾ ਡਰਦਾ ਹੋਵੇ, ਤਾਂ ਉੱਥੇ ਤੁਸੀਂ ਇਹ ਜਿਹੜਾ ਯੂਜ਼ ਕਰ ਲੈਣਾ ਵਰਡ ਟਿਮਿਡ ਦਾ। ਟਿਮਿਡ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ, ਡਰਪੋਕ। ਸਿਨੋਨਿਮ ਨੇ ਤੁਹਾਡੇ ਕੋਲੇ ਕਾਵਰਡ, ਕਾਇਰ ਦੀ ਥਾਂ ਤੇ ਯੂਜ਼ ਕੀਤਾ ਜਾਂਦਾ ਹੈ। ਸ਼ਾਏ, ਬਹੁਤ ਜ਼ਿਆਦਾ ਕਹਿ ਲਓ ਸ਼ਰਮੀਲਾ ਹੋ ਗਿਆ, ਅਗੇਨ ਤੁਹਾਡੇ ਕੋਲ ਉਹੀ ਸੇਮ ਚੀਜ਼, ਅੱਗੇ ਕਿਸੇ ਦੇ ਬੋਲਣਾ ਨਹੀਂ ਹੈ, ਕੋਈ ਡਰਪੋਕ ਵਾਲੀ ਫਾਰਮ ਤੁਹਾਡੀ ਯੂਜ਼ ਕਰ ਸਕਦੇ ਹੋ। ਹੰਬਲ, ਬਹੁਤ ਜ਼ਿਆਦਾ ਨੀਮਰ ਹੋ ਗਿਆ। ਫੀਅਰਫੁਲ ਹੋ ਗਿਆ, ਅਗਰ ਤੁਸੀਂ ਡਰ ਵਾਸਤੇ, ਡਰ ਜਿਹੜਾ ਬਹੁਤ ਜ਼ਿਆਦਾ ਡਰਦੇ ਹੋ ਤਾਂ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਇਹ ਹੈ ਜੀ ਤੁਹਾਡੇ ਸਿਨੋਨਿਮ। ਆਪੋਜ਼ਿਟ ਵਰਡ ਦੇ ਵਿੱਚ ਕੀ ਆਵੇਗਾ, ਹੱਥ ਵਾਸਤੇ ਤੁਸੀਂ ਇਹ ਜਿਹੜਾ ਯੂਜ਼ ਕਰੋਗੇ ਆਪੋਜ਼ਿਟ ਵਰਡ ਬ੍ਰੇਵ, ਬੋਲਡ, courageous ਐਂਡ ਕੌਨਫੀਡੈਂਟ। ਬ੍ਰੇਵ, ਬੋਲਡ, courageous ਐਂਡ ਕੌਨਫੀਡੈਂਟ, ਇਹ ਤੁਹਾਡੇ ਕਹਿ ਜਾਣਗੇ ਆਪੋਜ਼ਿਟ ਵਰਡ ਆ ਜਾਣਗੇ ਟਿਮਿਡ ਦੇ। ਸੋ ਦੋ ਵਰਡ ਨੇ, ਵੈਗਨ ਐਂਡ ਵੇਗ ਤੋਂ ਯਾਦ ਕਰਨਾ ਹੈ। ਵੇਗ ਹਵਾ ਚੱਲਦੀ ਰਹਿੰਦੀ ਹੈ ਇਧਰ ਉਧਰ, ਡ੍ਰਿਫਟਰ ਐਂਡ ਬਟ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਸੈਟਲਡ ਐਂਡ ਸਟੱਡੀ। ਨੈਕਸਟ ਵਰਡ ਸੀ ਜੀ ਟਿਮਿਡ, ਮੀਨਿੰਗ ਹੁੰਦਾ ਤੁਹਾਡੇ ਕੋਲੇ ਡਰਪੋਕ। ਕਾਵਰਡ, ਸ਼ਾਈ, ਹੰਬਲ ਐਂਡ ਫੀਅਰਫੁਲ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਆ ਜਾਏਗਾ ਤੁਹਾਡੇ ਕੋਲੇ ਬ੍ਰੇਵ, ਬੋਲਡ, courageous ਐਂਡ ਕੌਨਫੀਡੈਂਟ। ਨੈਕਸਟ ਵਰਡ ਹੈ ਜੀ ਆਪਣੇ ਕੋਲੇ ਵੈਰਾਸਿਟੀ। ਵੈਰਾਸਿਟੀ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਸੱਚਾਈ। ਤਾਂ ਹੁਣ ਵੈਰਾਸਿਟੀ ਦਾ ਮੀਨਿੰਗ ਹੈ, ਤੁਸੀਂ ਇਹ ਜਿਹੜਾ ਯਾਦ ਕਰ ਸਕਦੇ ਹੋ, ਸਿੰਪਲ ਤੁਸੀਂ ਦੇਖ ਲਓ, ਬੇਰਾ ਤੋਂ ਬਣਾ ਲਓ ਜਾਂ ਵੀਰ ਤੋਂ ਬਣਾ ਲਓ ਨਾ। ਬੀਰਾ ਨੂੰ ਬੇਰਾ ਨੂੰ ਬੇਰਾ ਤਾਂ ਇਹਨੂੰ ਵੀਰ ਬਣਾ ਲਓ, ਇਹਨੂੰ ਬਣਾ ਲਓ ਕਿ ਵੀਰ ਹੈ ਇਹ, ਠੀਕ ਹੈ। ਤਾਂ ਵੀਰ ਬੇਸਿਕਲੀ ਆਪਾਂ ਦੇਖਾਂਗੇ ਤਾਂ ਆਪਣੇ ਭਰਾਵਾਂ ਦੇ ਉੱਤੇ ਪੂਰਾ ਵਿਸ਼ਵਾਸ ਹੁੰਦਾ, ਬਿਕੋਜ਼ ਉਹ ਆਪਾਂ ਨੂੰ ਜਿਹੜਾ ਸੱਚ ਕਰ ਦਿੰਦੇ ਆ। ਸੋ ਉਹੀ ਸੇਮ ਚੀਜ਼ ਵੀਰ ਤੋਂ ਬਣਾ ਲਓ, ਚਾਹੇ ਆਪਣੇ ਕੋਲੇ ਇਹਨੂੰ ਬੈਰਾ ਪੜ੍ਹ ਲਓ। ਤੇ ਬੈਰੀ ਦੀ ਕੋਈ ਵੀ ਚੀਜ਼ ਆ ਤਾਂ ਆਪਾਂ ਉਹਦੇ ਤੇ ਸੱਚਾਈ ਮੰਨ ਲੈਂਦੇ ਨਾ, ਵੀ ਉਹਨੇ ਇਵੇਂ ਜਿਹੜੀ ਚੀਜ਼ ਕੀਤੀ ਹੋਗੀ ਸਹੀ ਕੀਤੀ ਹੋਗੀ। ਜੇ ਕੋਈ ਦੱਸ ਰਿਹਾ ਵੀ ਤੁਹਾਡੇ ਬੈਰੀ ਨੇ ਆ ਕੀਤਾ ਤਾਂ ਆਪਾਂ ਉਹਨੂੰ ਮੰਨ ਲਾਂਗੇ। ਤਾਂ ਉਹੀ ਚੀਜ਼ ਜਿਹੜੀ ਤੁਸੀਂ ਇੱਥੋਂ ਵੀ ਕਰ ਸਕਦੇ ਹੋ, ਬੈਰੀ ਤੋਂ ਬਣਾ ਸਕਦੇ ਹੋ, ਜਾਂ ਸਭ ਇਹਨੂੰ ਵੀਰ ਪੜ੍ਹ ਲਓ, ਤੇ ਵੀਰ ਦੇ ਉੱਤੇ ਵੀ ਆਪਾਂ ਨੂੰ ਜਿਹੜਾ ਵਿਸ਼ਵਾਸ ਹੁੰਦਾ। ਸੋ ਇਹਦਾ ਮੀਨਿੰਗ ਹੈ ਤੁਹਾਡੇ ਕੋਲ ਟਰੁਥ, ਐਕੂਰੇਸੀ ਐਂਡ ਕ੍ਰੈਡੀਬਲ। ਅੱਗੇ ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਡਿਸੀਟ, ਮਤਲਬ ਧੋਖੇਬਾਜ਼ ਤੁਸੀਂ ਯੂਜ਼ ਕਰ ਸਕਦੇ ਹੋ। ਮਿਥ, ਜਿਹੜੀ ਸੀ ਫਾਲਸੀ ਹੋਵੇ, ਜਿੱਥੇ ਵਿਸ਼ਵਾਸ ਨਹੀਂ ਹੁੰਦਾ। ਫੈਲਸਿਟੀ, ਚਾਹੇ ਕਿ ਅੱਗੇ ਤੁਹਾਡੇ ਕੋਲੇ ਐਂਟੀਨਮ ਵਰਡਸ ਆ ਜਾਣਗੇ। ਵੈਰਾਸਿਟੀ, ਯਾਦ ਕਰ ਸਕਦੇ ਹੋ ਤੁਸੀਂ, ਚਾਹੇ ਤਾਂ ਵੀਰ ਤੋਂ ਯਾਦ ਕਰ ਲਓ, ਭਰਾ ਤੋਂ ਯਾਦ ਕਰ ਲਓ। ਭਰਾ ਦੇ ਉੱਤੇ ਆਪਾਂ ਨੂੰ ਵਿਸ਼ਵਾਸ ਹੁੰਦਾ, ਸੱਚਾਈ ਹੁੰਦੀ ਹੈ ਇਹਦੇ ਵਿੱਚ, ਹਨਾ। ਸੈਕਿੰਡ ਜੀ ਤੁਸੀਂ ਵੀਰਾ, ਵੈਰਾਸਿਟੀ ਜਿਹੜਾ ਹੈਗਾ ਆਪਣੇ ਕੋਲੇ ਬੈਰੀ ਤੋਂ ਵੀ ਬਣਾ ਸਕਦੇ। ਬੈਰੀ ਆਪਣਾ ਵਿਰੋਧੀ ਹੋ ਗਿਆ, ਤਾਂ ਹੁਣ ਵਿਰੋਧੀ ਬਾਰੇ ਜੇ ਕੋਈ ਪਰਸਨ ਤੁਹਾਨੂੰ ਆ ਕੇ ਕਹਿੰਦਾ ਵੀ ਉਹ ਤੁਹਾਡੇ ਬਾਰੇ ਇਹ ਕਹਿ ਰਿਹਾ, ਤਾਂ ਤੁਸੀਂ ਉਹਦੇ ਬਾਰੇ ਜਿਹੜਾ ਉਹ ਪਰਸਨ ਜਿਹੜਾ ਤੁਹਾਨੂੰ ਦੱਸ ਰਿਹਾ ਉਹਦੇ ਤੇ ਵਿਸ਼ਵਾਸ ਕਰ ਲਓਗੇ ਵੀ ਹਾਂ ਉਹਨੇ ਕਿਹਾ, ਹੋ ਸਕਦਾ ਵੀ ਦੱਸੋ ਮੇਰਾ ਵਿਰੋਧੀ ਹੈ। ਸੋ ਤੁਸੀਂ ਕੀ ਕਰੋਗੇ, ਉਹਦੇ ਵਿੱਚ ਵੀ ਇਹਦਾ ਮੀਨਿੰਗ ਕਰੋਗੇ ਸੱਚਾਈ ਹੁੰਦਾ। ਅੱਗੇ ਜੇ ਤੁਹਾਡੇ ਕੋਲ ਨੈਕਸਟ ਵਰਡ 4 ਨੰਬਰ ਵਰਡ ਦੈਟ ਇਜ਼ ਟੈਸੀਟਰਨ। ਟੈਸੀਟਰਨ ਦਾ ਮੀਨਿੰਗ ਹੁੰਦਾ ਸ਼ਾਂਤ। ਟੈਸੀਟਰਨ ਦਾ ਮੀਨਿੰਗ ਹੁੰਦਾ ਸ਼ਾਂਤ, ਬਿਲਕੁਲ ਚੁੱਪਚਾਪ। ਸੋ ਸਿਨੋਨਿਮ ਨੇ ਤੁਹਾਡੇ ਕੋਲੇ ਸਾਇਲੈਂਟ, ਰੈਟੀਸੈਂਟ। ਕੁਐਸਚਨ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਰੈਟੀਸੈਂਟ ਦਾ ਮੀਨਿੰਗ, ਇਹ ਚੀਜ਼ ਰੈਡੀ ਤੁਸੀਂ ਦਿਮਾਗ ਕਰ ਲੈਣੀ, ਧਿਆਨ ਦੇ ਵਿੱਚ ਯਾਦ ਰੱਖਣਾ। ਰੈਟੀਸੈਂਟ ਦਾ ਮੀਨਿੰਗ ਵੀ ਸ਼ਾਂਤ ਹੁੰਦਾ ਹੈ, ਬਿਲਕੁਲ ਚੁੱਪਚਾਪ। ਅਨਕਮਿਊਨੀਕੇਟਿਵ, ਮਤਲਬ ਬੋਲਿਆ ਨਹੀਂ ਜਾ ਰਿਹਾ, ਕਮਿਊਨੀਕੇਟ ਨਹੀਂ ਕੀਤਾ ਜਾ ਰਿਹਾ ਕਿਸੇ ਨਾਲ। ਅਨਰਿਸਪੌਂਸਿਵ, ਮਤਲਬ ਰਿਸਪੌਂਸ ਨਹੀਂ ਆ ਰਿਹਾ, ਅਗੇਨ ਤੁਹਾਡਾ ਮੀਨਿੰਗ ਹੋ ਜਾਏਗਾ ਸ਼ਾਂਤ ਹੋ ਜਾਏਗਾ ਟੈਸੀਟਰਨ ਨੂੰ। ਆਪੋਜ਼ਿਟ ਵਰਡ ਹੋ ਜਾਣਗੇ ਜਿਹੜੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਬੋਲਿਆ ਜਾ ਰਿਹਾ, ਜਾਂ ਬੋਲਚਾਲ ਹੋ ਰਹੀ ਹੈ। ਸੋ ਟਾਕੇਟਿਵ, ਐਕਸਟ੍ਰੋਵਰਟ ਔਰ ਲੋਕੇਸ਼ੀਅਸ। ਤਾਂ ਲੋਕੇਸ਼ੀਅਸ ਵਰਡ ਤੁਹਾਡੇ ਲਈ ਨਿਊ ਹੋ ਸਕਦਾ, ਬਾਕੀ ਤੁਸੀਂ ਜਿਹੜੇ ਸੁਣੇ ਹੋਣਗੇ ਟਾਕੇਟਿਵ ਐਂਡ ਐਕਸਟ੍ਰੋਵਰਟ। ਲਾਸਟ ਹੈ ਜੀ ਤੁਹਾਡਾ ਲੋਕੇਸ਼ੀਅਸ। ਤਾਂ ਇਹ ਸੀ ਜੀ ਤੁਹਾਡਾ ਟੈਸੀਟਰਨ ਦਾ ਮੀਨਿੰਗ। ਨੈਕਸਟ ਆਪਣੇ ਕੋਲੇ ਵਰਡ ਹੈ ਸੰਪਚੁਅਸ। ਸੰਪਚੁਅਸ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ, ਬੇਸਿਕਲੀ ਸਮ ਤੋਂ ਤੁਸੀਂ ਯਾਦ ਕਰ ਸਕਦੇ ਹੋ। ਸਮ ਦਾ ਮਤਲਬ ਹੁੰਦਾ ਜੋੜ। ਹੁਣ ਜੋੜ ਜ਼ਿਆਦਾਤਰ ਤੁਸੀਂ ਕਿਹਦਾ ਕਰਨਾ ਕੋਸ਼ਿਸ਼, ਜੋੜ ਹੈ ਜਿਹੜਾ ਕਿਹੜੀ ਚੀਜ਼ ਜਿਹੜਾ ਜੋੜ ਕਰਨਾ ਤੁਹਾਨੂੰ ਪਸੰਦ ਹੋਏਗਾ, ਤਾਂ ਬੇਸਿਕਲੀ ਦੇਖੋਗੇ ਤਾਂ ਤੁਸੀਂ ਪੈਸਿਆਂ ਦਾ ਜੋੜ ਕਰਨਾ ਹੀ ਪਸੰਦ ਕਰੋਗੇ ਨਾ, ਵੀ ਸਾਡੇ ਕੋਲ ਇੰਨੇ ਪੈਸੇ ਹੋਣ, ਅਸੀਂ ਇਹ ਕਰਾਂਗੇ ਇਹ ਕਰਾਂਗੇ। ਤਾਂ ਉੱਥੋਂ ਤੁਸੀਂ ਜਿਹੜਾ ਸਮ ਤੋਂ ਬਣਾ ਸਕਦੇ ਹੋ। ਸੰਪਚੁਅਸ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਪੈਸੇ ਨਾਲ ਰਿਲੇਟਡ ਕੋਈ ਚੀਜ਼। ਸੋ ਧਨੀ ਹੋ ਗਿਆ ਜਾਂ ਅਮੀਰ ਹੋ ਗਿਆ, ਧਨਾੜ ਵਾਸਤੇ ਤੁਸੀਂ ਯੂਜ਼ ਕਰੋਗੇ। ਸਿਨੋਨਿਮ ਤੁਹਾਡੇ ਕੋਲੇ ਅਪੀਲੈਂਟ ਵਰਡ। ਅਪੀਲੈਂਟ ਆਪਾਂ ਡਿਸਕਸ ਕੀਤਾ ਹੋਇਆ ਪਿੱਛੇ ਸਿਨੋਨਿਮ ਦੇ ਵਿੱਚ, ਤੁਹਾਨੂੰ ਦੱਸਿਆ ਕਿ ਅਸੀਂ ਪ੍ਰੂਡੈਂਟ ਵਰਡ ਤੁਸੀਂ ਇਹਦੀ ਥਾਂ ਤੇ ਯੂਜ਼ ਕਰ ਸਕਦੇ ਹੋ। ਨੈਕਸਟ ਇਹਦਾ ਸਿਨੋਨਿਮ ਹੈ ਜੀ ਲੈਵਿਸ਼। ਲੈਵਿਸ਼ ਦਾ ਮੀਨਿੰਗ ਵੀ ਕੀ ਹੁੰਦਾ ਤੁਹਾਡੇ ਕੋਲੇ, ਬਹੁਤ ਜ਼ਿਆਦਾ ਅਮੀਰ ਹੋਣਾ, ਜਾਂ ਫਿਰ ਲਗਜ਼ਰੀਅਸ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਇਹ ਵੀ ਤੁਹਾਡੇ ਕੋਲ ਆ ਜਾਣਗੇ ਸਿਨੋਨਿਮ। ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਕੋਲੇ ਅਮੀਰ ਦਾ ਆਪੋਜ਼ਿਟ ਕੀ ਹੋ ਜਾਏਗਾ, ਗਰੀਬ ਹੋ ਜਾਏਗਾ, ਜਾਂ ਇਹੋ ਜਿਹਾ ਪਰਸਨ ਜਿਹੜਾ ਬਹੁਤ ਜ਼ਿਆਦਾ ਕੰਜ਼ਿਊਮ ਆ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਨ ਐਕਸਪੈਂਸਿਵ ਐਂਡ ਇਕਨੋਮਿਕਲ, ਤਾਂ ਗਰੀਬੀ ਦੀ ਫਾਰਮ ਦੇ ਵਿੱਚ ਯੂਜ਼ ਕੀਤੇ ਜਾਣ ਵਾਲੇ ਤੁਹਾਡੇ ਕੋਲੇ ਐਂਟੀਨਮ ਆ ਜਾਣਗੇ। ਅੱਗੇ ਜੀ ਤੁਹਾਡੇ ਕੋਲੇ ਟਾਰਨਿਸ਼। ਟਾਰਨਿਸ਼ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ, ਇਹਦਾ ਮਤਲਬ ਹੁੰਦਾ ਕਿਸੇ ਚੀਜ਼ ਤੇ ਕਲੰਕ ਲਗਾਉਣਾ, ਕਲੰਕਿਤ ਕਰਨਾ। ਟਾਰਨਿਸ਼ ਮੀਨਿੰਗ ਹੁੰਦਾ ਕਲੰਕ ਲਗਾਉਣਾ, ਕਲੰਕਿਤ ਕਰਨਾ। ਸੋ ਡੈਮੇਜ, ਸਪੋਇਲ ਔਰ ਸਟੇਨ ਹੈ ਜਿਹੜਾ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਜੀ ਬ੍ਰਾਈਟਨ। ਬ੍ਰਾਈਟਨ ਦਾ ਮਤਲਬ ਕੀ ਹੋਗਾ, ਕਿਸੇ ਨੂੰ ਚਮਕਾਉਣਾ, ਮਤਲਬ ਉਹੀ ਸੇਮ ਚੀਜ਼ ਸ਼ਾਨ ਵਧਾਉਣਾ, ਸ਼ਾਨ ਵਗੈਰਾ ਵਧਾਉਣੀ। ਤੇ ਆਪੋਜ਼ਿਟ ਵਰਡ ਕੀ ਆ ਜਾਏਗਾ ਤੁਹਾਡੇ ਕੋਲੇ ਟਾਰਨਿਸ਼ ਦਾ। ਇਹ ਹੈ ਜੀ ਤੁਹਾਡੇ ਕੋਲੇ 6 ਵਰਡ ਜਿਹੜੇ ਆਪਾਂ ਡਿਸਕਸ ਕੀਤੇ ਸਿਨੋਨਿਮ ਐਂਟੀਨਮ ਦੇ ਵਿੱਚ। ਲੈਣੇ ਇੱਕ ਵਾਰ ਕੋਈ ਰਿਵੀਜ਼ਨ, ਦੈਨ ਆਪਾਂ ਸਪੈਲਿੰਗ ਐਰਰ ਦੇਖਾਂਗੇ। ਦੇਖੋ ਜੀ
ਫੋਰਸ ਜਿਹੜਾ ਵਰਡ ਆਪਾਂ ਦੇਖਿਆ ਸਿਨੋਨਿਮ ਐਂਟੋਨਿਮ ਦੇ ਵਿੱਚ ਦੈਟ ਇਜ਼ ਵੈਗਰੈਂਟ, ਵੇਗ ਤੋਂ ਯਾਦ ਕਰਨਾ ਹੈ, ਹਵਾ ਤੋਂ ਯਾਦ ਰੱਖਣਾ, ਹਵਾ ਇੱਧਰ ਉੱਧਰ ਚੱਲਦੀ ਰਹਿੰਦੀ ਹੈ, ਇਟ ਮੀਨਸ ਕਿ ਉਹ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੀ। ਡ੍ਰਿਫਟਰ ਨੋਮੈਡ ਸਿਨੋਨਿਮ ਨੇ। ਆਪੋਜ਼ਿਟ ਵਰਡ ਆਪਣੇ ਕੋਲੇ ਸੈਟਲਡ ਐਂਡ ਸਟੱਡੀ। ਨੈਕਸਟ ਵਰਡ ਇਜ਼ ਅ ਟਿਮਿਡ, ਮੀਨਿੰਗ ਹੁੰਦਾ ਹੈ ਡਰਪੋਕ। ਕਾਵਰਡ, ਸ਼ਾਈ, ਹੰਬਲ ਐਂਡ ਫੀਅਰਫੁਲ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਜੀ ਬ੍ਰੇਵ, ਬੋਲਡ, ਕੋਰੇਜੀਅਸ ਐਂਡ ਕੌਨਫੀਡੈਂਟ। ਨੈਕਸਟ ਜਿਹੜਾ ਵਰਡ ਸੀ ਆਪਣੇ ਕੋਲੇ ਵੈਰਾਸਿਟੀ, ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦੀ ਸੱਚਾਈ। ਸੋ ਹੁਣ ਇਹ ਤੁਸੀਂ ਵਿਰੋਧੀ ਤੋਂ ਵੀ ਯਾਦ ਕਰ ਸਕਦੇ ਹੋ ਕਿ ਕੋਈ ਬੈਰੀ ਦੀ ਗੱਲ ਕਰ ਰਿਹਾ ਤਾਂ ਤੁਸੀਂ ਉਹਦੇ ਦੇ ਉੱਤੇ ਵੀ ਵਿਸ਼ਵਾਸ ਕਰੋਗੇ, ਜਾਂ ਫਿਰ ਆਪਣੇ ਵੀਰ ਦੀ ਗੱਲ ਕਰ ਲਓ, ਵੀਰ ਮਤਲਬ ਭਰਾ ਦੇ ਉੱਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਹੈ। ਸੋ ਟਰੂਥ, ਐਕੂਰੇਸੀ, ਕ੍ਰੈਡੀਬਲ ਸਿਨੋਨਿਮ ਆ ਜਾਣਗੇ। ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਡਿਸੀਟ, ਮਿਥ ਐਂਡ ਫੈਲਸਿਟੀ ਆਪਣੇ ਕੋਲ ਇੱਥੇ ਆ ਜਾਣਗੇ, ਆਪੋਜ਼ਿਟ ਵਰਡ ਆ ਜਾਣਗੇ। ਨੈਕਸਟ ਵਰਡ ਸੀ ਜੀ ਆਪਣਾ ਟੈਸੀਟਰ, ਤਾਂ ਹੁਣ ਸ਼ਾਂਤੀ ਦਾ ਮੀਨਿੰਗ ਹੁੰਦਾ ਸ਼ਾਂਤ ਹੁੰਦਾ। ਸਾਇਲੈਂਟ, ਰੈਟੀਸੈਂਟ, ਅਨਕਮਿਊਨੀਕੇਟਿਵ ਤੇ ਅਨਰਿਸਪੌਂਸਿਵ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡਸ ਆਰ ਟਾਕੇਟਿਵ, ਐਕਸਟਰੋਵਰਟ ਐਂਡ ਲੋquacious। Next word that we have discussed is sumptuous, meaning is ਧਨੀ ਜਾਂ ਅਮੀਰ। Synonyms are opulent and lavish, and the opposite word is unexpensive or economical. Next last word is tarnish. Tarnish meaning is किसी चीज पे कलंक लगाना, कलंकित करना। So damage, spoil and stain are synonyms of this word, and the opposite word is brighten। हाँ जी। ਤੇ ਨੈਕਸਟ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਸਪੈਲਿੰਗ ਐਰਰਸ ਦਾ। ਸਪੈਲਿੰਗ ਐਰਰ ਹੋ ਗਏ ਜਾਂ ਮਿਸ ਸਪੈਲਡ ਹੋ ਗਏ, ਮੀਨਿੰਗ ਕੀ ਹੁੰਦਾ ਹੈ, ਜਦੋਂ ਤੁਹਾਡੇ ਕੋਲ ਕੋਈ ਚਾਰ ਆਪਸ਼ਨਸ ਹੋਣਗੀਆਂ, ਪੁੱਛਿਆ ਜਾ ਸਕਦਾ ਕਿ ਇਨਕਰੈਕਟਲੀ ਸਪੈਲਡ ਵਰਡ ਕਿਹੜਾ ਹੈ, ਜਾਂ ਫਿਰ ਚਾਰ ਆਪਸ਼ਨ ਹੋਣਗੀਆਂ, ਤੁਹਾਡੇ ਕੋਲ ਪੁੱਛਿਆ ਜਾ ਸਕਦਾ ਕਿਹੜੀ ਸਟੇਟਮੈਂਟ ਦੇ ਵਿੱਚ ਕੋਈ ਐਰਰ ਹੈ। ਇਸ ਤਰੀਕੇ ਨਾਲ ਜਿਹੜੇ ਸਪੈਲਿੰਗ ਐਰਰ ਦੇ ਕੁਐਸਚਨ ਪੁੱਛੇ ਜਾਂਦੇ ਆ। ਕਾਫੀ ਲੰਬੇ ਸਮੇਂ ਤੋਂ ਆਪਾਂ ਇਹ ਵਾਲਾ ਟੌਪਿਕ ਡਿਸਕਸ ਕਰ ਰਹੇ ਹਾਂ, ਤਾਂ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਏਗੀ ਕਿ ਸਪੈਲਿੰਗ ਐਰਰ ਦੇ ਕੁਐਸਚਨ ਨੂੰ ਕਿਸ ਤਰੀਕੇ ਨਾਲ ਸੋਲਵ ਕਰਨਾ ਹੈ। ਹਾਂਜੀ, ਤਾਂ ਤੁਹਾਨੂੰ ਜਿਹੜਾ ਫਸਟ ਕੁਐਸਚਨ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰੋਗੇ, ਕੁਐਸਚਨ ਦਾ ਮੀਨਿੰਗ ਕੀ ਹੋਏਗਾ, ਆਨਸਰ ਕੀ ਹੋਏਗਾ। ABCD ਚਾਰ ਆਪਸ਼ਨਸ ਨੇ, ਚਾਰਾਂ ਨੂੰ ਪੜ੍ਹਨਾ ਹੈ। ਇਸ ਤੋਂ ਬਾਅਦ ਚੈੱਕ ਕਰਨਾ ਹੈ ਕਿਹੜਾ ਆਂਸਰ ਹੈ ਜਿਹੜਾ ਤੁਹਾਡਾ ਹੋ ਸਕਦਾ ਹੈ। ਇਸ ਤੋਂ ਬਾਅਦ ਆਪਾਂ ਜਿਹੜਾ ਤੁਹਾਨੂੰ ਇੱਥੇ ਆਂਸਰ ਦੱਸਾਂਗੇ ਕਿ ਕਿਹੜਾ ਆਂਸਰ ਤੁਹਾਡਾ ਹੋਏਗਾ। ਦੇਖੋ ਜੀ, ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ, ਚਾਰ ਆਪਸ਼ਨ ਨੇ, ਇਨਕਰੈਕਟਲੀ ਸਪੈਲਡ ਵਰਡ ਤੁਸੀਂ ਫਾਈਂਡ ਆਊਟ ਕਰਨਾ ਹੈ। ਤਿੰਨ ਆਪਸ਼ਨ ਤੁਹਾਡੀਆਂ ਬਿਲਕੁਲ ਸਹੀ ਲਿਖੀਆਂ ਹੋਣਗੀਆਂ, ਇੱਕ ਆਪਸ਼ਨ ਹੈ ਜਿਹੜੀ ਤੁਹਾਡੇ ਕੋਲ ਇੱਥੇ ਰੋਂਗ ਹੋਏਗੀ, ਜੋ ਕਿ ਤੁਸੀਂ ਇੱਥੇ ਫਾਈਂਡ ਆਊਟ ਕਰਨੀ ਹੈ। ਦੇਖੋ ਹਾਂਜੀ, ਤਾਂ ਆਈ ਹੋਪ ਤੁਸੀਂ ਆਂਸਰ ਮਾਰਕ ਕਰ ਲਿਆ ਹੋਣਾ, ਤੇ ਇਹਦਾ ਆਂਸਰ ਕੀ ਆਏਗਾ, ਸੀ ਆਪਸ਼ਨ ਤੁਹਾਡੇ ਕੋਲ ਇੱਥੇ ਆਂਸਰ ਆਏਗਾ। ਇਨਕਰੈਕਟਲੀ ਸਪੈਲਡ ਵਰਡ ਪੁੱਛਿਆ ਗਿਆ ਸੀ, ਸੋ ਸੀ ਆਪਸ਼ਨ ਹੈ ਜਿਹੜਾ ਤੁਹਾਡਾ ਰੋਂਗ ਯੂਜ਼ ਕੀਤਾ ਹੋਇਆ ਹੈ। ਦੇਖੋ ਐਰੋਪਲੇਨ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਜਾਂਦਾ, ਹਵਾਈ ਜਹਾਜ਼ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਇਹਨੂੰ 에ਅਰਪਲੇਨ ਵੀ ਕਹਿ ਦਿੰਦੇ ਹਾਂ। 에ਅਰਪਲੇਨ ਵੀ ਹੁੰਦਾ, ਐਰੋਪਲੇਨ ਵੀ ਯੂਜ਼ ਕੀਤਾ ਜਾ ਸਕਦਾ, ਦੋਨੋਂ ਹੀ ਸਹੀ ਹੈ। 에ਅਰਪਲੇਨ ਆ ਗਿਆ ਚਾਹੇ ਐਰੋਪਲੇਨ ਆ ਗਿਆ, ਦੋਨੋਂ ਵਰਡ ਹੀ ਤੁਹਾਡੇ ਸਹੀ ਨੇ। ਅੱਗੇ ਤੁਹਾਡੇ ਕੋਲ ਆ ਗਿਆ ਬਿਊਰੋ। ਬਿਊਰੋ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਬੇਸਿਕਲੀ ਇਹ ਦਫ਼ਤਰ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਜਾਂ ਇਹੋ ਜਿਹੀ ਬਿਲਡਿੰਗ ਜਿੱਥੇ ਤੁਹਾਡੇ ਕੋਲ ਕੋਈ ਦਫ਼ਤਰੀ ਕੰਮ ਕੀਤਾ ਜਾਂਦਾ ਤਾਂ ਉਹਦਾ ਮੀਨਿੰਗ ਹੁੰਦਾ ਬਿਊਰੋ। ਨੈਕਸਟ ਹੈ ਜੀ ਕੈਪਿਲਰੀ। ਕੈਪਿਲਰੀ ਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ, ਕੈਪਿਲਰੀ ਟਿਊਬ ਤੁਸੀਂ ਵਰਡ ਸੁਣਿਆ ਹੋਣਾ ਹੈ। ਇੱਕ ਆਪਣੇ ਕੋਲ ਇੱਕ ਹੁੰਦੀ ਹੈ ਹੇਅਰ ਲਾਈਕ ਸਟਰਕਚਰ ਜੀ ਹੁੰਦੀ ਹੈ, ਜਿਵੇਂ ਆਪਣੇ ਕੋਲੇ ਹੇਅਰ ਕਿੰਨੇ ਕੁ ਜ਼ਿਆਦਾ ਹੁੰਦੀ ਹੈ ਨਾ, ਉਹਨਾਂ ਦਾ ਕੋਈ ਡਾਇਮੀਟਰ ਬਹੁਤ ਜ਼ਿਆਦਾ ਘੱਟ, ਡਾਇਮੀਟਰ ਜਾਂ ਰੇਡੀਅਸ ਬਹੁਤ ਜ਼ਿਆਦਾ ਘੱਟ ਹੁੰਦਾ, ਤੇ ਕੈਪਿਲਰੀ ਟਿਊਬ ਕਹਿ ਲਓ, ਜਾਂ ਫਿਰ ਕੈਪਿਲਰੀ ਐਕਸ਼ਨ ਦੇ ਦੁਆਰਾ ਜਿਹੜਾ ਉਹਦੇ ਵਿੱਚ ਕੋਈ ਨਾ ਕੋਈ ਲਿਕੁਇਡ ਹੈ ਜਿਹੜਾ ਫਲੋ ਕਰਦਾ, ਤਾਂ ਉਹਨੂੰ ਕੈਪਿਲਰੀ ਕਹਿ ਦਿੱਤਾ ਜਾਂਦਾ ਹੈ। ਅੱਗੇ ਜੀ ਤੁਹਾਡੇ ਕੋਲੇ ਲਾਸਟ ਵਰਡ ਦੈਟ ਇਜ਼ ਰਿਟੇਨਿਸ। ਤਾਂ ਰਿਟੇਨਿਸ ਦਾ ਮਤਲਬ ਕੀ ਹੈ ਤੁਹਾਡੇ ਕੋਲੇ, ਕੈਦੀ। ਕੈਦੀ ਕਹਿ ਲਓ ਚਾਹੇ ਬੰਦੀ ਕਹਿ, ਰਿਟੇਨਿਸ। ਰਿਟੇਨਮੈਂਟ ਵਰਡ ਤੁਸੀਂ ਸੁਣਿਆ ਹੋਣਾ, ਰਿਟੇਨ। ਰਿਟੇਨ ਦਾ ਮਤਲਬ ਹੁੰਦਾ ਕੈਦੀ ਸ਼ਾਇਦ ਕਰਨਾ ਹਨਾ, ਤਾਂ ਅੱਗੇ ਤੁਹਾਡੇ ਕੋਲ ਡਿਟੇਨੀਜ਼ ਲਿਖਿਆ ਹੋਇਆ, ਇਟ ਮੀਨਸ ਤੁਹਾਡੇ ਕੋਲ ਕੈਦੀਆਂ ਦੀ ਗੱਲ ਕੀਤੀ ਜਾ ਰਹੀ ਹੈ, ਬੰਦਿਆਂ ਦੀ ਗੱਲ ਕੀਤੀ ਜਾ ਰਹੀ ਹੈ, ਪਰਸਨਸ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਹਨਾਂ ਨੂੰ ਵੀ ਕੀਤਾ ਜਾਏਗਾ, ਡਿਟੇਨੀਜ਼ ਕਿਹਾ ਜਾਏਗਾ। ਤਾਂ ਆਂਸਰ ਤੁਹਾਡਾ ਜਿਹੜਾ ਹੋਣਾ ਸੀ ਸੀ ਆਪਸ਼ਨ ਹੋਣਾ ਸੀ। ਕੈਪਿਲਰੀ ਦੀ ਸਪੈਲਿੰਗ ਤੁਹਾਡੇ ਰੋਂਗ ਨੇ। ਸਪੈਲਿੰਗ ਕੀ ਹੈ, CAPILLARY। ਡਬਲ ਐਲ ਯੂਜ਼ ਕੀਤੀ ਜਾਂਦੀ ਹੈ, ਸਿੰਗਲ ਐਲ ਨਹੀਂ ਹੁੰਦੀ। ਕੈਪਿਲਰੀ ਹੁੰਦਾ ਹੈ, ਕੈਪਿਲਰੀ ਨਹੀਂ ਹੁੰਦਾ। ਸੋ ਕੈਪਿਲਰੀ, ਤਾਂ ਇਹ ਜਿਹੜਾ ਤੁਸੀਂ ਦੇਖਣਾ ਸੀ, ਸੀ ਆਪਸ਼ਨ ਸੀ ਤੁਹਾਡਾ ਆਂਸਰ ਸੀ। ਇਨਕਰੈਕਟਲੀ ਸਪੈਲਡ ਵਰਡ ਤੁਸੀਂ ਮਾਰਕ ਕਰਨਾ ਸੀ। ਹਾਂਜੀ, ਤਾਂ ਨੈਕਸਟ ਕੁਐਸਚਨ ਹੈ ਸਿਲੈਕਟ ਦਾ ਸੈਂਟੈਂਸ ਵਿਦ ਨੋ ਸਪੈਲਿੰਗ ਐਰਰ। ਚਾਰ ਤੁਹਾਡੇ ਕੋਲ ਸਟੇਟਮੈਂਟਸ ਨੇ। ਸਭ ਤੋਂ ਪਹਿਲਾਂ ਤਾਂ ਚੈੱਕ ਕਰੋਗੇ ਕਿ ਸਟੇਟਮੈਂਟ ਤੁਹਾਡੇ ਕੋਲ, ਦੇਖੋ ਹੁਣ ਸਾਰੇ ਸੈਂਟੈਂਸਸ ਦੇ ਵਿੱਚ ਤੁਹਾਡੇ ਕੋਲ ਸੇਮ ਹੀ ਸਟੇਟਮੈਂਟ ਯੂਜ਼ ਕੀਤੀ ਹੋਈ ਹੈ, ਤੇ ਤੁਸੀਂ ਫਾਈਂਡ ਆਊਟ ਕਰਨਾ ਹੈ ਕਿਹੜੀ ਸਟੇਟਮੈਂਟ ਹੈ ਜਿਹੜੀ ਨੋ ਸਪੈਲਿੰਗ ਐਰਰ ਵਾਲੀ ਹੈ। ਸੈਂਟੈਂਸ ਚੈੱਕ ਕਰਨਾ ਹੈ, ਆਂਸਰ ਦੇਖੋ ਕੀ ਆਏਗਾ, ਦੈਨ ਆਪਾਂ ਜਿਹੜਾ ਆਂਸਰ ਡਿਸਕਸ ਕਰਾਂਗੇ। ਦੇਖੋ it may not ever be realized for such a complex disease। ਆਪਣੇ ਕੋਲ ਕੁਐਸਚਨ ਬਣ ਗਿਆ, ਇਟ ਮੇ ਨਾਟ ਐਵਰ ਬੀ ਰਿਅਲਾਈਜ਼ਡ ਫॉर ਸੱਚ ਅ ਕੰਪਲੈਕਸ ਡਿਸੀਜ਼। ਤਾਂ ਇਹ ਆਪਣੇ ਕੋਲ ਸੈਂਟੈਂਸ ਚੈੱਕ ਕਰਨਾ ਆਪਾਂ, ਇੱਥੇ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲੇ ਇਨਕਰੈਕਟਲੀ ਸਪੈਲਿੰਗ ਕੀਤਾ ਹੋਊਗਾ ਕਿਸੇ ਨਾ ਕਿਸੇ ਦੇ ਵਿੱਚ, ਜਾਂ ਫਿਰ ਆਪਾਂ ਨੋ ਸਪੈਲਿੰਗ ਐਰਰ ਵਾਲਾ ਸਟੇਟਮੈਂਟ ਫਾਈਂਡ ਆਊਟ ਕਰਾਂਗੇ। ਤਾਂ ਤੁਹਾਨੂੰ ਦੱਸਿਆ ਕਿ ਤੁਸੀਂ ਸਾਰੀਆਂ ਦੇ ਸਾਰੇ ਵਰਡ ਮਿਲਾ ਕੇ ਦੇਖੋਗੇ, ਤੁਸੀਂ ਇਲੀਮੀਨੇਸ਼ਨ ਮੈਥਡ ਲਾਓਗੇ ਜੇ ਤੁਹਾਡੇ ਕੋਲੇ ਇਸ ਟਾਈਪ ਦਾ ਕੁਐਸਚਨ ਬਣਦਾ ਹੈ। ਦੇਖੋ ਜੀ, ਇਟ ਯੂਜ਼ ਕੀਤਾ ਹੋਇਆ, ਮੇ ਸਾਰਿਆਂ 'ਚ ਯੂਜ਼ ਕੀਤਾ, ਸੇਮ ਸਪੈਲਿੰਗ ਨਹੀਂ, ਨॉट ਦਾ ਯੂਜ਼ ਵੀ ਸਹੀ ਕੀਤਾ ਹੋਇਆ, ਐਵਰ ਵੀ ਸਾਰਿਆਂ 'ਚ ਸਹੀ ਹੈ, ਬੀ ਵੀ ਸਾਰਿਆਂ 'ਚ ਸਹੀ ਹੈ। ਅੱਗੇ ਤੁਹਾਡੇ ਕੋਲੇ ਵਰਡ ਰਿਅਲਾਈਜ਼, ਦੇਖੋ ਰਿਅਲਾਈਜ਼ ਦੀ ਸਪੈਲਿੰਗ ਇੱਥੇ ਕੀ ਹੈ, ਇੱਥੇ ਕੀ ਹੈ, ਇੱਥੇ ਅੱਗੇ ਥਰਡ ਨੰਬਰ ਸੈਂਟੈਂਸ, 4 ਨੰਬਰ ਸੈਂਟੈਂਸ। ਤਾਂ ਰਿਅਲਾਈਜ਼ ਦਾ ਵਰਡ ਮਤਲਬ ਕਿ ਤੁਹਾਡੇ ਕੋਲੇ ਸਟੇਟਮੈਂਟ ਦੇ ਵਿੱਚ ਰਿਅਲਾਈਜ਼ ਦਾ ਵਰਡ ਦੀ ਸਪੈਲਿੰਗ ਹੈ ਜਿਹੜੀ ਐਰਰ ਕੀਤੇ ਹੋਏ, ਤਾਂ ਚੈੱਕ ਕਰੋ ਰਿਅਲਾਈਜ਼ ਦੀ ਸਪੈਲਿੰਗ ਕੀ ਹੁੰਦੀ ਹੈ, RE
ALISED ਤਾਂ ਇਹ ਹੁੰਦਾ ਰਿਅਲਾਈਜ਼ ਦੇ ਸਪੈਲਿੰਗ ZED ਵੀ ਯੂਜ਼ ਕੀਤਾ ਜਾਂਦਾ ਤਾਂ ਉਹ ਆਪਣੇ ਕੋਲ ਅਮਰੀਕਨ ਇੰਗਲਿਸ਼ ਦੇ ਵਿੱਚ ਆ ਜਾਂਦਾ ਬ੍ਰਿਟਿਸ਼ ਇੰਗਲਿਸ਼ ਦੇ ਵਿੱਚ ਆਪਾਂ LISED ਹੀ ਯੂਜ਼ ਕਰਦੇ ਹਾਂ ਤੇ ਆਪਣੇ ਜਿਹੜੀ ਇੰਗਲਿਸ਼ ਚੱਲਦੀ ਆ ਉਹ ਬ੍ਰਿਟਿਸ਼ ਇੰਗਲਿਸ਼ ਚੱਲਦੀ ਹੈ ਸੋ ਰਿਅਲਾਈਜ਼ਡ ਵਰਡ ਹੋਏਗਾ ਦੇਖੋ ਜੀ ਤਾਂ ਹੁਣ ਰਿਅਲਾਈਜ਼ਡ ਫਰਸਟ ਦੇ ਵਿੱਚ ਰਿਅਲਾਈਜ਼ਡ ਹੈ ਸੈਕੰਡ ਦੇ ਵਿੱਚ ਰਿਅਲਾਈਜ਼ਡ ਗਲਤ ਲਿਖਿਆ ਹੋਇਆ ਥਰਡ ਦੇ ਵਿੱਚ ਰਿਅਲਾਈਜ਼ਡ ਸਹੀ ਹੈ ਫੋਰਥ ਦੇ ਵਿੱਚ ਵੀ ਸਹੀ ਹੈ ਮੀਨਸ ਬੀ ਆਪਸ਼ਨ ਆਪਣੀ ਕੀ ਹੋਗੀ ਇੱਥੋਂ ਐਲੀਮੀਨੇਟ ਹੋਗੀ ਅੱਗੇ ਦੇਖੋ ਫਾਰਵਰਡ ਸਾਰਿਆਂ ਦੇ ਵਿੱਚ ਹੈ ਸੱਚ ਸਹੀ ਹੈ ਇਹ ਦਿੱਤਾ ਹੋਇਆ ਕੰਪਲੈਕਸ ਕੰਪਲੈਕਸ ਹਾਂਜੀ ਤਾਂ ਕੰਪਲੈਕਸ ਦੀ ਦੇਖੋ ਇੱਥੇ ਸਪੈਲਿੰਗ ਸਹੀ ਹੈ ਕੰਪਲੈਕਸ ਸੈਕਿੰਡ ਆਪਾਂ ਨੂੰ ਚੈੱਕ ਕਰਨ ਦੀ ਲੋੜ ਹੀ ਨਹੀਂ ਬਿਕੋਜ਼ ਉਹ ਤਾਂ ਆਪਾਂ ਪਹਿਲੇ ਹੀ ਐਲੀਮੀਨੇਟ ਕਰ ਚੁੱਕੇ ਹਾਂ ਸੋ ਫਰਸਟ ਥਰਡ ਤੇ ਫੋਰਥ ਆਪਸ਼ਨ ਚੈੱਕ ਕਰੋ ਕੰਪਲੈਕਸ ਦੇ ਸਪੈਲਿੰਗ ਕਿਹਦੇ ਵਿੱਚ ਸਹੀ ਹੈ ਕੰਪਲੈਕਸ ਦੇ ਸਪੈਲਿੰਗ ਕਿਹਦੇ COMPLEX ਹੁੰਦੇ ਆ ਦੇਖੋ ਜੀ A ਦੇ ਵਿੱਚ ਸਹੀ ਹੈ C ਦੇ ਵਿੱਚ ਵੀ ਤੁਹਾਡੇ ਕੰਪਲੈਕਸ ਦੇ ਸਪੈਲਿੰਗ ਸਹੀ ਹੈ D ਆਪਸ਼ਨ ਦੇ ਵਿੱਚ ਕੰਪਲੈਕਸ ਦੇ ਸਪੈਲਿੰਗ ਰੋਂਗ ਹੈ ਮੀਨਸ D ਆਪਸ਼ਨ ਵੀ ਤੁਹਾਡੀ ਐਲੀਮੀਨੇਟ ਹੋ ਗਈ ਤੁਹਾਡੇ ਕੋਲ ਹੁਣ ਦੋ ਆਪਸ਼ਨ ਰਹਿ ਗਈਆਂ ਅੱਗੇ ਤੁਹਾਡੇ ਕੋਲ ਜਿਹੜਾ ਲਾਸਟ ਵਰਡ ਰਹਿ ਗਿਆ ਡਿਸੀਜ਼ ਦੇ ਸਪੈਲਿੰਗ ਕਿਹੜੇ ਸਹੀ ਹੈ A ਵਾਲੇ ਜਾਂ ਫਿਰ C ਵਾਲੇ ਤਾਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡਿਸੀਜ਼ ਦੇ ਸਪੈਲਿੰਗ ਦੇ DISEASE ਬਿਮਾਰੀ ਵਾਸਤੇ ਆਪਾਂ ਯੂਜ਼ ਕਰਦੇ ਹਾਂ ਸੋ C ਆਪਸ਼ਨ ਸੀ ਜਿਹੜਾ ਤੁਹਾਡਾ ਆਨਸਰ ਸੀ ਨੋ ਸਪੈਲਿੰਗ ਐਰਰ ਵਾਲੀ ਸਟੇਟਮੈਂਟ ਫਾਈਂਡ ਆਊਟ ਕਰਨੀ ਸੀ ਸੋ ਤੁਸੀਂ C ਸੀ ਜਿਹੜਾ ਮਾਰਕ ਕਰਨਾ ਸੀ C ਹੈ ਜਿਹੜਾ ਤੁਹਾਡਾ ਆਨਸਰ ਹੈ A B ਤੇ D ਤੁਹਾਡੇ wrong ਨੇ ਹਾਂਜੀ ਤਾਂ ਇਹ ਸੀ ਤੁਹਾਡਾ ਕੁਐਸਚਨ ਸੈਕੰਡ ਨੰਬਰ ਕੁਐਸਚਨ ਨੋ ਸਪੈਲਿੰਗ ਐਰਰ ਵਾਲਾ ਤੁਸੀਂ ਸੈਂਟੈਂਸ ਫਾਈਂਡ ਆਊਟ ਕਰਨਾ ਸੀ ਤਾਂ ਕੁਐਸਚਨ ਇਹ ਵੀ ਹੈ ਜਿਹੜਾ ਤੁਹਾਡੇ ਕੋਲ ਸਪੈਲਿੰਗ ਐਰਰ ਦਾ ਪੁੱਛਿਆ ਜਾ ਸਕਦਾ ਹੈ ਹਾਂਜੀ ਤਾਂ ਨੈਕਸਟ ਕੁਐਸਚਨ ਹੈ ਥਰਡ ਨੰਬਰ ਕੁਐਸਚਨ ਹੁਣ ਇੱਥੇ ਦੇਖੋ देयर इज अ स्पेलिंग एरर इन द गिवन सेंटेंस ਤੁਹਾਨੂੰ ਇੱਕ ਸੈਂਟੈਂਸ ਦਿੱਤਾ ਹੈ ਬੀਇੰਗ ਅ ਡਾਕਟਰ ਮਾਈ ਸਿਸਟਰ ਮੀਰਾ ਇਜ਼ ਪ੍ਰੀਪੇਅਰਡ ਫॉर ਐਨ ਐਮਰਜੈਂਸੀ ਯੂਜ਼ਲੀ ਇਹ ਸੈਂਟੈਂਸ ਹੈ ਅੱਗੇ ਕੀ ਕਰਨਾ ਹੈ ਵਿੱਚ ਸਿਲੈਕਟ ਦਾ ਆਪਸ਼ਨ ਦੈਟ ਕੰਟੇਨਸ ਦਾ ਇਨਕਰੈਕਟਲੀ ਸਪੈਲਡ ਵਰਡ ਤਾਂ ਹੁਣ ਆਪਣੇ ਕੋਲ ਚਾਰ ਆਪਸ਼ਨਸ ਨੇ ABCD ਤਾਂ ਹੁਣ ਇੱਥੇ ਦੇਖੋ ਤੁਹਾਡੇ ਕੋਲ ਕਿਹੜਾ ਵਾਲਾ ਜਿਹੜਾ ਹੈਗਾ ਰੌਂਗ ਯੂਜ਼ ਕੀਤਾ ਹੋਇਆ ਵਰਡ ਹੈ ਬੀਇੰਗ ਅ ਡਾਕਟਰ ਹੁਣ ਡਾਕਟਰ ਦੇ ਸਪੈਲਿੰਗ ਦੇਖ ਲਓ ਆਪਸ਼ਨ ਹੀ ਚੈੱਕ ਕਰ ਲਓ ਬਾਕੀ ਤਾਂ ਚੈੱਕ ਕਰਨ ਦੀ ਲੋੜ ਹੀ ਨਹੀਂ ਡਾਕਟਰ ਦੇ ਸਪੈਲਿੰਗ ਦੇਖ ਲਓ ਡਾਕਟਰ ਦੇ ਸਪੈਲਿੰਗ ਇਹ ਤਾਂ ਨਹੀਂ ਹੁੰਦੇ ਦੇਖੋ ਇੱਥੇ ਸਹੀ ਲਿਖੇ ਹੋਏ ਇੱਥੇ ਤੁਹਾਡੇ ਕੋਲ ਰੌਂਗ ਲਿਖਤੇ ਤਾਂ ਇਹ ਆਪਸ਼ਨ ਜਿਹੜਾ ਤੁਹਾਡਾ ਆਨਸਰ ਹੋਏਗਾ ਬੀ ਪ੍ਰੀਪੇਅਰਡ ਐਮਰਜੈਂਸੀ ਦੇ ਸਪੈਲਿੰਗ ਬਿਲਕੁਲ ਸਹੀ ਹੈ ਯੂਜ਼ਲੀ ਦੇ ਸਪੈਲਿੰਗ ਬਿਲਕੁਲ ਸਹੀ ਹੈ ਤਾਂ ਤੁਹਾਡੇ ਕੋਲ ਆਨਸਰ ਕੀ ਆਏਗਾ ਡਾਕਟਰ ਦੇ ਸਪੈਲਿੰਗ ਇੱਥੇ ਰੌਂਗ ਕੀਤੇ ਹੋਏ ਡਾਕਟਰ ਦੇ ਸਪੈਲਿੰਗ ਤੇ DOCTOR ਤਾਂ ਇਹ ਸੀ ਜਿਹੜਾ ਤੁਹਾਡਾ ਇੱਥੇ ਆਨਸਰ ਸੀ ਤਾਂ ਇਸ ਤਰੀਕੇ ਦੇ ਕੁਐਸਚਨ ਵੀ ਜਿਹੜੇ ਤੁਹਾਨੂੰ ਪੁੱਛੇ ਜਾ ਸਕਦੇ ਇਸ ਜੀ ਤੁਹਾਡਾ ਸਪੈਲਿੰਗ ਐਰਰ ਦਾ ਪੋਰਸ਼ਨ ਤਾਂ ਨੈਕਸਟ ਪੋਰਸ਼ਨ ਹੈ ਜਿਹੜਾ ਲਾਸਟ ਪੋਰਸ਼ਨ ਆਪਣੀ ਕਲਾਸ ਦਾ ਫਿਕਸਡ ਪ੍ਰੈਪੋਜੀਸ਼ਨ ਜਿਹੜੇ ਆਪਾਂ ਡਿਸਕਸ ਕਰਾਂਗੇ ਵਰਡ ਦੇਖਾਂਗੇ ਕਿ ਕਿਹਦੇ ਨਾਲ ਤੁਹਾਡੇ ਕੋਲ ਪ੍ਰੈਪੋਜੀਸ਼ਨ ਕੀ ਯੂਜ਼ ਹੋਏਗੀ ਤੇ ਉਹਦਾ ਮੀਨਿੰਗ ਕੀ ਹੋਏਗਾ ਦੇਖੋ ਜੀ ਅੱਜ ਦੇ ਜਿੰਨੇ ਵੀ ਵਰਡ ਆਪਾਂ ਦੇਖਾਂਗੇ ਤਾਂ ਲੁੱਕ ਨਾਲ ਸਟਾਰਟ ਹੋਣ ਵਾਲੇ ਆ ਲੁੱਕ ਦੇ ਨਾਲ ਜਿੰਨਾ ਪ੍ਰੈਪੋਜੀਸ਼ਨਸ ਦਾ ਯੂਜ਼ ਹੁੰਦਾ ਹੈ ਉਹਨਾਂ ਨੂੰ ਦੇਖਾਂਗੇ ਦੇਖੋ ਜੀ ਫਰਸਟ ਆਪਣੇ ਕੋਲੇ ਲੁੱਕ ਦੇ ਨਾਲ ਯੂਜ਼ ਹੋ ਰਿਹਾ ਲੁੱਕ ਫਾਰਵਰਡ ਟੂ ਦਾ ਮਤਲਬ ਕੀ ਹੁੰਦਾ ਜਦੋਂ ਤੁਸੀਂ ਅੱਗੇ ਦੀ ਕੋਈ ਚੀਜ਼ ਬਾਰੇ ਸੋਚ ਰਹੇ ਹੋ ਆਸ਼ਾ ਦੀ ਗੱਲ ਕੀਤੀ ਜਾ ਸਕਦੀ ਹੈ ਉਮੀਦ ਦੀ ਗੱਲ ਕਰ ਸਕਦੇ ਹੋ ਤੁਸੀਂ ਇੱਥੇ ਤੇ ਲੁੱਕ ਫਾਰਵਰਡ ਟੂ ਦਾ ਮੀਨਿੰਗ ਹੁੰਦਾ ਟੂ ਫੀਲ ਪਲੀਜ਼ਡ and excited about something that is going to happen ਤਾਂ ਕੋਈ ਚੀਜ਼ ਜਿਹੜੀ ਕਿ ਹੋਣ ਵਾਲੀ ਹੈ ਉਹਦੇ ਬਾਰੇ excited ਹੋਣਾ ਉਤਸੁਕ ਹੋਣਾ ਜਾਂ ਫਿਰ ਖੁਸ਼ੀ ਮਹਿਸੂਸ ਕਰਨੀ ਸੋ ਅੱਗੇ ਦੀ ਉਹੀ ਸੇਮ ਚੀਜ਼ ਆਸ਼ਾ ਹੋਣੀ ਵੀ ਕੋਈ ਚੀਜ਼ ਵਧੀਆ ਹੋਏਗੀ ਸੋ ਲੁੱਕ ਫਾਰਵਰਡ ਟੂ ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ we look forward to meeting you at the conference we look forward to the meeting ਹੋ ਗਿਆ ਤੇ ਤੁਹਾਡੇ ਲਈ ਅੱਗੇ ਦੇਖਿਆ ਜਾ ਰਿਹਾ ਮਤਲਬ ਉਮੀਦ ਕੀਤੀ ਜਾ ਰਹੀ ਹੈ ਕਿਹਦੀ ਮੀਟਿੰਗ ਦੀ ਕਿਹਦੇ ਵਿੱਚ ਕਾਨਫਰੰਸ ਦੇ ਵਿੱਚ so we look forward to meeting you at the conference ਇਹ ਹੋਗਾ ਤੁਹਾਡੇ ਕੋਲ ਇਸ ਸੈਂਟੈਂਸ ਦਾ ਐਗਜ਼ਾਮਪਲ look forward ਦੇ ਨਾਲ ਹਮੇਸ਼ਾ to ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ ਚੀਜ਼ ਹੈ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਜੇ look ਦੇ ਨਾਲ forward ਆ ਗਿਆ ਤਾਂ ਪ੍ਰੈਪੋਜੀਸ਼ਨ ਕੀ ਹੋਏਗੀ to ਹੋਏਗੀ